हाँ जी मैडम, गुड आफ्टरनून। अनम्यूट करो मैडम। म्यूट 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 कर दिया सर। हाँ जी मैडम, हाँ जी हाँ जी, हो गया जी, हो गया। म्यूट ना करो मैडम, म्यूट ना करो। ठीक है जी। हाँ सर जी, वीडियो मैं ऑफ रखांगी। ਉਹ ਤੁਹਾਡੀ ਇੱਛਾ ਹੈ ਜੀ। ਵੈਸੇ ਸਾਨੂੰ ਕਿਹਾ ਗਿਆ ਹੈਗਾ ਵੀ ਵੀਡੀਓ ਇੰਸਟ੍ਰਕਟਰ ਦੀ ਨਾ ਅਸੀਂ ਸਪੌਟਲਾਈਟ ਕਰਨੀ ਹੈ। ओके ਹਾਂਜੀ, ਜਿਹੜੀ ਤੁਹਾਡੀ ਵੀਡੀਓ ਹੈ ਉਹ ਅਸੀਂ ਸਪੌਟਲਾਈਟ ਕਰਨੀ ਹੁੰਦੀ ਹੈਗੀ। ਉਹ ਤੁਸੀਂ ਦੇਖ ਲਓ ਵੀ ਜੇ ਹੁਣ ਵੈਸੇ ਸਾਨੂੰ ਕਿਹਾ ਤਾਂ ਇਹੀ ਸਰ ਗਿਆ ਵੀ ਇੰਸਟ੍ਰਕਟਰ ਆਪਣੀ ਕੁਐਰੀਜ਼ ਵੀਡੀਓ ਨਾ ਔਨ ਰੱਖੇ। ਕੁਐਰੀ ਸੈਕਸ਼ਨ ਦੇ ਵਿੱਚ ਆਪਾਂ ਔਨ ਕਰ ਲਾਂਗੇ ਸਰ। ਹਾਂਜੀ, ਕੁਐਰੀ ਸੈਕਸ਼ਨ ਦੇ ਵਿੱਚ ਔਨ ਕਰ ਲਾਂਗੇ। ਉਹ ਤੁਸੀਂ ਜਿੱਦਾਂ ਇੱਛਾ ਸਮਝੋ ਜੀ। ਮੈਂ ਤਾਂ ਇਹੀ ਰਿਕਮੈਂਡ ਕਰੂੰਗਾ ਤੁਸੀਂ ਔਨ ਰੱਖੋ ਜੀ ਵੀਡੀਓ। ਚਲੋ ਠੀਕ ਹੈ ਸਰ, ਕਰ ਲੈਣੀ ਔਨ। ਹਾਂ, ਤੇ ਬਾਕੀ ਤੁਸੀਂ ਕਿਹੜੇ ਕਹਿੰਦੇ ਸੀ ਆਪਣੇ, ਕੀ ਨਾਮ ਸੀ ਉਹਨਾਂ ਦਾ ਜਿਹੜੇ ਵਰਿੰਦਰ ਕੋਹੋਸਟ ਤੁਸੀਂ ਕਹਿ ਰਹੇ ਸੀ? ਵਰਿੰਦਰ ਠਾकुर ਸਰ, ਵਰਿੰਦਰ ਠਾकुर। ਵਰਿੰਦਰ ਵਰਿੰਦਰ ਹਾਂਜੀ ਠਾकुर। ਮੈਂ ਚਲੋ ਉਹਨਾਂ ਨੂੰ ਵੀ ਐਡਮਿਟ ਕਰ ਰਿਹਾ ਤੇ ਹਾਂਜੀ ਆਪਣੀ ਸਕਰੀਨ ਸ਼ੇਅਰ ਕਰਕੇ ਦੇਖ ਲਓ ਜੀ। ਸਰ। ਠੀਕ ਹੈ ਸਰ। ਸਕਰੀਨ ਸ਼ੇਅਰ ਕਰੋ ਮੈਡਮ। ਹਾਂਜੀ ਸਰ, ਕਰ ਰਹੇ ਹਾਂ। ਸਕਰੀਨ ਸ਼ੇਅਰ ਕਰਕੇ ਦੇਖੋ ਮੈਡਮ। ਪ੍ਰਵੀਨ ਮੈਮ, ਹੈਲੋ। ਹੈਲੋ ਹਾਂਜੀ ਮੈਡਮ, ਆਪਣੀ ਸਕਰੀਨ ਸ਼ੇਅਰ ਕਰਕੇ ਦੇਖੋ। ਸਰ, ਸਕਰੀਨ ਸ਼ੇਅਰ ਕਰ ਰਹੀ ਹਾਂ ਬਟ ਫੋਟੋ ਡਾਕੂਮੈਂਟ ਦੀ ਆਪਸ਼ਨ ਆ ਰਹੀ ਹੈ। WhatsApp ਸਿੱਧਾ ਨਹੀਂ ਨਾ ਖੁੱਲ ਰਿਹਾ। ਦੇਖੋ ਕਰਕੇ ਦੁਬਾਰਾ। ਹਾਂਜੀ ਸਰ, ਕਰ ਰਹੀ। ਹੋ ਰਹੀ ਹੈ ਮੈਡਮ? ਵੇਟ ਸਰ, ਮੈਂ ਇੱਕ ਮਿੰਟ ਦੇਖਦੀ ਹਾਂ। ਤੁਸੀਂ PDF ਮੈਨੂੰ ਆਪਣੀ ਜੋ ਪੀਪੀਟੀ ਆ ਉਹ WhatsApp ਕਰਤੀ? ਨਹੀਂ ਸਰ, ਮੈਂ ਨਹੀਂ ਕੀਤੀ। ਮੈਂ ਕਰ ਦਿੰਦੀ ਹਾਂ। ਹਾਂ ਦੇਖ ਲਓ ਜੀ, ਜੇ ਨਾ ਚੱਲੀ ਤਾਂ ਫਿਰ ਮੈਂ ਸ਼ੇਅਰ ਕਰ ਦੂੰਗਾ। ਤੁਸੀਂ ਇੱਕ ਵਾਰੀ ਟਰਾਈ ਕਰਕੇ ਦੇਖੋ ਜੇ ਹੁੰਦੀ ਹੈ ਤੁਹਾਡੇ ਤੋਂ। ਕੀ ਅੱਗੇ ਪਜਾਮਾ ਲਿਆ ਪਰ ਵੀ ਓਕੇ, ਠੀਕ ਹੈ ਸਰ। ਚਲੋ ਮੈਡਮ ਹਾਂ ਹੋ ਰਹੀ ਹੈ ਜੀ, ਦੇਖਣਾ। ਹੋ ਰਹੀ ਹੈ। ਹਾਂਜੀ ਹਾਂਜੀ ਮੈਡਮ, ਓਕੇ ਜੀ ਜਮਾ। ਠੀਕ ਹੈ ਸਰ, ਠੀਕ ਹੈ ਸਰ। ਓਕੇ ਜੀ, ਗੁੱਡ ਲੱਕ। ਥੈਂਕ ਯੂ ਸਰ। ਸਰ 3 ਮਿੰਟ ਰਹਿੰਦੇ ਹਜੇ ਸਟਾਰਟ ਕਰਨਾ ਕਿ ਰੁਕ ਕੇ ਜਰਾ? ਨਹੀਂ ਨਹੀਂ, ਰੁਕ ਕੇ ਕਰਾਂਗੇ ਜੀ, ਕੋਈ ਨਹੀਂ। ਸਹੀ 3 ਵਜੇ ਆਪਾਂ ਐਂਟਰ ਕਰਾਵਾਂਗੇ ਬਾਕੀ। ਠੀਕ ਹੈ ਸਰ, ਠੀਕ ਹੈ ਸਰ, ਠੀਕ ਹੈ ਹਾਂਜੀ। ਜੀ।
स्क्रीन शेयर हट गया मैडम। स्क्रीन शेयर दोबारा करो मैडम। परमीन मैम, हेलो सर मैं ਤੁਹਾਨੂੰ WhatsApp ਕਰਨ ਲੱਗੀ ਸੀ 1 ਮਿੰਟ। ਉਹ ਤਾਂ ਚਲੋ ਠੀਕ ਹੈ, ਜੇ ਤੁਸੀਂ ਸਕਰੀਨ ਸ਼ੇਅਰ ਹੋ ਰਹੀ ਹੈ ਫਿਰ ਲੋੜ ਨਹੀਂ ਹੈ ਜੀ। ਤੁਸੀਂ ਸਕਰੀਨ ਸ਼ੇਅਰ ਕਰ ਤਾਂ ਰਹੇ ਸੀਗੇ, ਫਿਰ ਕੋਈ ਸਰ ਪ੍ਰੋਬਲਮ ਨਹੀਂ। ਬੈਕ ਚਲੇ ਗਈ ਸਰ ਆਪੇ। ਤੁਸੀਂ ਕੋਈ ਗੱਲ ਨਹੀਂ, ਤੁਹਾਡੀ ਹੋ ਰਹੀ ਹੈ, ਤੁਸੀਂ ਕਰੋ ਜੀ ਸਕਰੀਨ ਸ਼ੇਅਰ, ਆਪ ਕਰੋ। ठीक है सर, ठीक है मैं ਉਹ कर ਬੈਟਰ ਹੈ ਜੀ। ओके सर मैं कर रही हूँ। हो रही है मैडम? हाँ जी सर हो रही है। ठीक है, एक बार मैं चेक कर लवां सर कि वही है, मेरे को 2 सीगे। 1 मिनट वेट करियो प्लीज। देखो ये अपना टाइम हो रहा है। हाँ जी सर, एक है डिस्टर्ब कर रहे ना, ऊपर वेटिंग आ रहे हैं जेडे। टाइम हो रहा है मैडम, ਆਪਾਂ ਨੂੰ ऑन करना पैना। हाँ जी सर, और जी फर्स्ट स्लाइड कर बस लो। फर्स्ट स्लाइड पे मैं ले आवां। सर आ जेडे एडमिट हो रहे हैं ये बहुत तंग कर रहे हैं। नहीं कोई एडमिट नहीं हो रहा जी। सर मेरी स्क्रीन ਦੇ ਉੱਤੇ ਆ ਰਿਹਾ ਨਾ। नहीं ਉਹ ਵੇਟਿੰਗ ਰੂਮ ਦੇ ਵਿੱਚ ਹੀ ਹੈ ਸਾਰੇ। हाँ जी बस ठीक है सर। ओके ओके जी, थैंक यू सर। कैमरा ऑफ है ना सर? नहीं मैडम वीडियो नहीं आ रही, ਤੁਸੀਂ ਆਪਣੀ ਵੀਡੀਓ ਸਟਾर्ट ठीक ठीक सर। स्टार्ट मैम। ठीक सर। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਭ ਤੋਂ ਪਹਿਲਾਂ ਮੇਰੇ ਵੱਲੋਂ ਇਸ ਲੈਕਚਰ ਵਿੱਚ ਆਪ ਸਭ ਦਾ ਬਹੁਤ ਸਵਾਗਤ ਹੈ। ਮੈਂ ਗਵਰਨਮੈਂਟ ITI ਵੂਮਨ ਫਤਿਹਗੜ੍ਹ ਚੂੜੀਆਂ ਵਿੱਚ ਸਿਵਿੰਗ ਟੈਕਨੋਲੋਜੀ ਦੀ ਇੰਸਟ੍ਰਕਟਰ ਹਾਂ। ਮੇਰਾ ਅੱਜ ਦਾ ਟੌਪਿਕ ਹੈ different type of pajamas। ਸਭ ਤੋਂ ਪਹਿਲਾਂ introduction। The word pajama derived from two Hindi words pajama, which means pay plus jamas, leg clothing or leg garment। pajama word Hindi ਦੇ 2 ਸ਼ਬਦਾਂ ਦਾ ਸੁਮੇਲ ਹੈ ਜਿਨ੍ਹਾਂ ਦਾ ਅਰਥ ਹੈ pay means ਪੈਰ, ਜਾਮਾ mean ਵਸਤਰ। ਮਤਲਬ ਕਿ ਪੈਰਾਂ ਦੇ ਵਿੱਚ ਪਾਇਆ ਜਾਣ ਵਾਲਾ, ਲੱਤਾਂ ਦੇ ਵਿੱਚ ਪਾਇਆ ਜਾਣ ਵਾਲਾ ਵਸਤਰ, ਲੈਗ ਗਾਰਮੈਂਟ।
Pajama are traditionally a loose trouser tied at the waist with waistband or drawstring or a cord. ਪਜਾਮਾ ਜੋ ਹੈ ਇੱਕ ਖੁੱਲਾ ਢਿੱਲਾ ਵਸਤਰ ਹੁੰਦਾ ਹੈ ਜਿਸ ਨੂੰ ਵੇਸਟ ਦੇ ਉੱਤੇ ਵੇਸਟਬੈਂਡ ਨਾੜਾ ਜਾਂ ਡੋਰੀ ਦੇ ਨਾਲ ਬੰਨਿਆ ਜਾਂਦਾ ਹੈ pajamas are worn by both males and females pajamas ਜੋ ਹੈ ਮੇਲ ਅਤੇ ਫੀਮੇਲਸ ਮੀਨਸ ਮਰਦਾਂ ਅਤੇ ਔਰਤਾਂ ਦੋਨਾਂ ਦੁਆਰਾ ਪਹਿਨਿਆ ਜਾ ਸਕਦਾ ਹੈ Nowadays, various style of pajamas are worn by people. ਅੱਜਕੱਲ ਲੋਕ ਬਹੁਤ ਤਰ੍ਹਾਂ ਦੇ ਪਜਾਮੇ ਪਹਿਨਦੇ ਹਨ pajamas could be worn either tight fitted or loose. ਪਜਾਮਾ ਜੋ ਹੈ ਉਹ ਜਾਂ ਤਾਂ ਬਹੁਤ ਟਾਈਟ ਫਿਟਿੰਗ ਦੇ ਹੁੰਦੇ ਹਨ ਜਾਂ ਬਹੁਤ ਲੂਜ਼ ਫਿਟਿੰਗ ਦੇ ਹੁੰਦੇ ਹਨ pajamas can be combined with a tunic with extended length up to knees by females. ਪਜਾਮਾ ਜੋ ਹੈ ਔਰਤਾਂ ਦੁਆਰਾ ਇੱਕ ਟਿਊਨਿਕ ਦੇ ਨਾਲ ਕੰਬੀਨੇਸ਼ਨ ਕਰਕੇ ਟਿਊਨਿਕ ਜੋ ਕਿ ਇੱਕ ਵਸਤਰ ਹੁੰਦਾ ਹੈ ਡਿਜ਼ਾਈਨਰ ਵਸਤਰ ਹੁੰਦਾ ਹੈ ਉਸ ਦੇ ਨਾਲ ਕੰਬੀਨੇਸ਼ਨ ਕਰਕੇ ਜਿਸ ਦੀ ਲੈਂਥ ਘੁਟਨਿਆਂ ਤੱਕ ਹੁੰਦੀ ਹੈ ਉਸ ਨਾਲ ਪਜਾਮਾ ਵੇਅਰ ਕੀਤਾ ਜਾ ਸਕਦਾ ਹੈ ਐਂਡ ਵਿਦ ਡਿਫਰੈਂਟ ਟਾਈਪ ਆਫ ਕੁਰਤਾਸ ਐਂਡ ਸ਼ਰਟਸ ਬਾਈ ਮੇਲਸ ਔਰ ਅਲੱਗ-ਅਲੱਗ ਤਰ੍ਹਾਂ ਦੇ ਕੁਰਤਿਆਂ ਔਰ ਸ਼ਰਟਾਂ ਦੇ ਨਾਲ by males means ਆਦਮੀਆਂ ਦੁਆਰਾ ਪਹਿਨਿਆ ਜਾਂਦਾ next ਹੈ types of pajamas there is huge range of types of pajamas but here we will discuss about popular types of pajamas in 4 parts ਵੈਸੇ ਤਾਂ ਪਜਾਮੇ ਬਹੁਤ ਤਰ੍ਹਾਂ ਦੇ ਹੁੰਦੇ ਹਨ ਪਰ ਅੱਜ ਅਸੀਂ 4 ਪਜਾਮਿਆਂ ਬਾਰੇ ਡਿਫਰੈਂਟ ਪਾਰਟਸ ਦੇ ਵਿੱਚ ਇੱਥੇ ਡਿਸਕਸ ਕਰਾਂਗੇ ਅੱਜ ਦੇ ਇਸ ਲੈਕਚਰ ਦੇ ਇਸ ਪਾਰਟ ਵਿੱਚ ਅਸੀਂ ਸਿੰਪਲ ਪਜਾਮਾ ਬਾਰੇ ਡਿਸਕਸ ਕਰਾਂਗੇ ਪੈਂਟ ਕੱਟ ਪਜਾਮਾ ਚੂੜੀਦਾਰ ਪਜਾਮਾ ਅਲੀਗੜ੍ਹ ਪਜਾਮਾ will be discussed in next 3 parts ਪੈਂਟ ਕੱਟ ਪਜਾਮਾ ਚੂੜੀਦਾਰ ਪਜਾਮਾ ਔਰ ਅਲੀਗੜ੍ਹ ਪਜਾਮਾ ਅਗਲੇ 3 ਹਿੱਸਿਆਂ ਦੇ ਵਿੱਚ ਡਿਸਕਸ ਕੀਤਾ ਜਾਏਗਾ Simple pajama. Simple pajama is a lower body garment. Simple pajama जो है ਸਰੀਰ ਦੇ ਹੇਠਲੇ ਹਿੱਸੇ ਵਿੱਚ ਪਹਿਨਿਆ ਜਾਣ ਵਾਲਾ ਵਸਤਰ ਹੈ This is always a loose garment. ਜਿਹੜਾ ਸਿੰਪਲ ਪਜਾਮਾ ਹੈ ਉਹ ਹਮੇਸ਼ਾ ਇੱਕ ਢਿੱਲਾ ਢਾਲਾ ਵਸਤਰ ਹੁੰਦਾ ਹੈ As I told before, pajama can be worn by both males and females. ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਹੈ ਕਿ ਪਜਾਮਾ ਜਿਹੜਾ ਹੈ ਆਦਮੀਆਂ ਅਤੇ ਔਰਤਾਂ ਦੋਨਾਂ ਦੁਆਰਾ ਪਹਿਨਿਆ ਜਾ ਸਕਦਾ ਹੈ To make a draft of pajama ਪਜਾਮੇ ਦੀ ਡਰਾਫਟਿੰਗ ਜਾਂ ਪਜਾਮੇ ਦਾ ਡਰਾਫਟ ਬਣਾਉਣ ਲਈ we have to keep the following equipments with us ਸਾਨੂੰ ਹੇਠਾਂ ਦਿੱਤੇ ਗਏ equipments ਨੂੰ ਆਪਣੇ ਕੋਲ ਰੱਖਣਾ ਪਏਗਾ First is inchy tape marker, graduate square, leg shaper, drafting scale, French curve, scale, pencil and eraser. Techniques of drafting. Techniques of drafting ਦਾ ਮਤਲਬ ਹੈ ਕਿ drafting ਕਰਨ ਦੀਆਂ ਕੀ ਤਕਨੀਕਾਂ ਅਸੀਂ ਕਿਹੜੀਆਂ ਤਕਨੀਕਾਂ ਅਸੀਂ ਅਪਣਾ ਸਕਦੇ ਹਾਂ ਡਰਾਫਟਿੰਗ ਜਿਹੜੀ ਹੈ ਉਹ 2 ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ There are 2 types of techniques for making a draft. ਇੱਕ ਡਰਾਫਟ ਬਣਾਉਣ ਦੇ ਲਈ 2 ਤਰ੍ਹਾਂ ਦੀਆਂ ਟੈਕਨੀਕਸ ਵਰਤੀਆਂ ਜਾ ਸਕਦੀਆਂ ਹਨ First is full scale drafting and second is small scale drafting. ਪੂਰੇ ਸਕੇਲ ਤੇ ਡਰਾਫਟਿੰਗ ਕੀਤੀ ਜਾ ਸਕਦੀ ਹੈ ਜਾਂ ਛੋਟੇ ਸਕੇਲ ਤੇ ਵੀ drafting ਕੀਤੀ ਜਾ ਸਕਦੀ ਹੈ full scale drafting ਦਾ ਮਤਲਬ ਹੈ full scale draft is always done on drafting table by spreading brown paper on it ਜਿਹੜੀ full scale drafting ਹੈ ਉਹ ਹਮੇਸ਼ਾ drafting table ਉੱਪਰ brown paper ਵਿਛਾ ਕੇ ਕੀਤੀ ਜਾਂਦੀ ਹੈ
This brown paper consists of straight lines. इस brown paper ऊपर straight lines हो सकदियां, सीधियां लाइनां हो सकदियां हन, या it can be plain with one side rough and other with smooth surface. या ਤਾਂ ਇਸ ਤੇ ਲਾਈਨਾਂ ਵਾਲਾ ਸਾਡੇ ਕੋਲ brown paper ਹੈ ਜੋ ਲਾਈਨਾਂ ਵਾਲਾ ਹੋ ਸਕਦਾ ਹੈ, या फिर इस ਇਹ plain भी हो सकता है जिस ਦਾ surface ਇੱਕ ਪਾਸਿਓਂ smooth means और दूसरे पासियों खुरदरा ਹੁੰਦਾ ਹੈ। While making draft on brown paper, अगर ਅਸੀਂ draft ਜਿਹੜਾ ਲਾਈਨਾਂ ਵਾਲੇ brown paper ਤੇ ਬਣਾਉਣਾ ਹੈ, these lines should be in vertical manner. ਇਹ ਜਿਹੜੀਆਂ lines ਹੈ ਉਹ ਸਿੱਧੀਆਂ ਹੋਣੀਆਂ ਚਾਹੀਦੀਆਂ ਹੈ। ਕੋਈ ਵੀ ਅਸੀਂ drafting ਕਰਨੀ ਹੈ ਲਾਈਨਾਂ ਵਾਲੇ drafting paper ਦੇ ਉੱਤੇ ਜਾਂ ਲਾਈਨਾਂ ਵਾਲੇ drafting brown paper ਦੇ ਉੱਤੇ, ਤਾਂ ਉਸ ਦੀਆਂ ਲਾਈਨਾਂ ਹਮੇਸ਼ਾ ਸਿੱਧੇ ਰੁਖ ਹੋਣੀਆਂ ਚਾਹੀਦੀਆਂ ਹਨ। Small scale drafting. Small scale drafting ਕੀ ਹੈ? Small scale draft is always done on a notebook consists of one page plain and other with lines. Drafting ਜਿਹੜੀ ਹੈ small scale ਅਗਰ draft ਅਸੀਂ ਕਰਨਾ ਹੈ ਤਾਂ ਇਹ ਇੱਕ ਕਾਪੀ ਦੇ ਉੱਤੇ ਕੀਤਾ ਜਾਂਦਾ ਹੈ, ਜਿਸ ਤਰ੍ਹਾਂ ਕਿ ਪਿਕਚਰ ਦੇ ਵਿੱਚ ਕਾਪੀ ਦਿਖਾਈ ਗਈ ਹੈ, ਜਿਸ ਦਾ ਇੱਕ ਪੇਜ plain और एक पेज लाइना वाला हुंदा है। A special kind of drafting scale is used to make a draft on notebook. Notebook ऊपर draft करने लिए एक special मतलब खास तरह दा एक drafting scale हुंदा है, जेड़ा कि असी use करदे हां कॉपी उत्ते draft बनाने लिए। जिवें कि पिक्चर विच दिखाई दे रहा है, this drafting scale is called an art curve. ਇਹੋ ਜਿਹੇ drafting scale ਨੂੰ ਅਸੀਂ draft ਕਰਨ ਵਾਲੇ drafting scale ਨੂੰ ਅਸੀਂ art curve ਵੀ ਕਹਿੰਦੇ ਹਾਂ। This scale measures 1/4, 1/6, 1/9 and 1/16 1/4, 1/6, 1/9 ਅਤੇ 1/16 ਇੰਚਸ ਦੇ ਮਾਪ ਹੁੰਦੇ ਹਨ। ਮੀਨਸ ਕਿ ਇਹ ਸਕੇਲ ਇੰਚਾਂ ਤੋਂ 1 ਇੰਚ ਦੇ ਚੌਥੇ ਹਿੱਸੇ ਵਿੱਚ 1 ਇੰਚ ਦੇ 6ਵੇਂ ਹਿੱਸੇ ਵਿੱਚ ਇਸ ਤਰ੍ਹਾਂ ਡਿਵਾਈਡ ਕੀਤਾ ਹੁੰਦਾ ਹੈ। ਨੈਕਸਟ ਹੈ ਮੈਥਡ ਆਫ ਮੇਕਿੰਗ ਡਰਾਫਟ। ਮੈਥਡ ਆਫ ਮੇਕਿੰਗ ਡਰਾਫਟ ਦੇ ਵਿੱਚ ਅਸੀਂ ਦੱਸਾਂਗੇ ਕਿ ਡਰਾਫਟ ਬਣਾਉਣਾ ਕਿਵੇਂ ਹੈ, ਡਰਾਫਟ ਬਣਾਉਣ ਦਾ ਤਰੀਕਾ ਕੀ ਹੈ। After discussion about drafting equipments and drafting methods, drafting equipments ਅਤੇ drafting ਬਣਾਉਣ ਦੇ ਤਰੀਕਿਆਂ ਬਾਰੇ ਡਿਸਕਸ ਕਰਨ ਤੋਂ ਬਾਅਦ ਸਾਨੂੰ ਇਹ ਪਤਾ ਹੋਣਾ ਚਾਹੀਦਾ, we must know the measurements of the garment. ਸਾਨੂੰ ਉਸ ਵਸਤਰ ਦੇ ਨਾਪ ਬਾਰੇ ਪਤਾ ਹੋਣਾ ਚਾਹੀਦਾ ਹੈ, which is to get ready, ਜਿਹੜਾ ਕਿ ਅਸੀਂ ਤਿਆਰ ਕਰਨਾ ਹੈ। For simple pajama ਬਣਾਉਣ ਦੇ ਲਈ length, hip, bottom is required. Simple pajama ਬਣਾਉਣ ਦੇ ਲਈ hip ਦਾ ਨਾਪ, ਮੋਹਰੀ ਦਾ ਨਾਪ ਅਤੇ ਲੰਬਾਈ ਦਾ ਨਾਪ ਜ਼ਰੂਰੀ ਹੁੰਦਾ ਹੈ। ਹੁਣ ਅਸੀਂ ਦੇਖਾਂਗੇ ਕਿ ਡਰਾਫਟ ਕਰਨਾ ਕਿਵੇਂ ਹੈ। ਇਹ ਜੋ ਸਕਰੀਨ ਤੇ ਦਿਖ ਰਿਹਾ ਹੈ ਸਿੰਪਲ ਪਜਾਮਾ ਦਾ ਡਰਾਫਟ ਹੈ। ਸਭ ਤੋਂ ਪਹਿਲਾਂ ਅਸੀਂ ਨਾਪ ਦੇਖਾਂਗੇ ਜੋ ਕਿ ਹੈ ਹਿਪ 36 ਇੰਚਸ, ਹਿਪ 36 ਇੰਚਸ, ਲੈਂਥ ਸਾਡੀ 40 ਇੰਚਸ ਹੋਏਗੀ, मतलब 40 ਇੰਚ ਹੋਏਗੀ। ਮੋਰੀ ਸਾਡੀ ਬਾਟਮ ਮੀਨਸ 20 ਇੰਚ ਹੋਏਗਾ, ਮੋਰੀ ਸਾਡੀ 20 ਇੰਚ ਹੋਏਗੀ। ਇਸ ਵਾਸਤੇ ਅਸੀਂ 1/6 ਦਾ ਸਕੇਲ ਯੂਜ਼ ਕੀਤਾ ਹੈ। ਸਭ ਤੋਂ ਪਹਿਲਾਂ ਅਸੀਂ 0 to 1 ਟੋਟਲ ਲੈਂਥ ਲਵਾਂਗੇ। 0 to 1 ਹੋਪਫੁਲੀ ਵਿਜ਼ੀਬਲ ਹੋਏਗਾ ਸਾਰਿਆਂ ਲਈ। ਇਸ ਵਿੱਚ 0 ਪੁਆਇੰਟ ਤੋਂ ਲੈ ਕੇ 1 ਪੁਆਇੰਟ ਤੱਕ ਸਾਡੀ ਲੈਂਥ ਹੈ ਜੋ ਕਿ 40 ਇੰਚਸ ਹੈ। 0 to 2 ਬੋਡੀ ਰਾਈਜ਼ ਦੀ ਲੈਂਥ ਹੈ ਜੋ ਕਿ ਹਿਪ ਓਵਰ 3 ਹੋਏਗੀ। ਹਿਪ 36 ਹੈ, ਹਿਪ ਓਵਰ 3 ਹੋਏਗਾ 12 ਇੰਚਸ। 0 to 3 hip over 3, 36 over 3 equal to 12 inches.
3 to 4 and 4 to 2 make a box. 3 ਤੋਂ 4 ਅਤੇ 4 ਤੋਂ 2 ਅਸੀਂ ਇੱਕ ਖਾਨਾ ਤਿਆਰ ਕਰ ਲਿਆ ਹੈ। 2 to 5 next point है 2 to 5 मतलब 2 ਤੋਂ 5 ਸਾਡੀ hip line ਹੋਏਗੀ ਜੋ ਕਿ hip over 3 plus 3 inches ਹੋਏਗੀ। hip over 3 plus 3 inches equal to 15 inches means ਸਾਡੀ 2 to 5 line ਜਿਹੜੀ ਹੈ 15 inches ਦੀ ਹੋਏਗੀ। next point है half of 1 to 2 make a point 6 ਜਦੋਂ ਅਸੀਂ 1 ਤੇ 2 ਦਾ ਹਾਫ ਕਰਨਾ ਹੈ 1 ਤੋਂ 2 ਦਾ ਹਾਫ ਕਰਨਾ ਹੈ ਔਰ 6 ਨੰਬਰ ਦੇਣਾ ਹੈ ਤੇ 6 ਨੰਬਰ ਤੋਂ ਸਾਡੀ ਨੀ ਲਾਈਨ ਸਟਾਰਟ ਹੋਏਗੀ। 6 ਤੋਂ 7 ਸਾਡੀ ਘੁਟਨੇ ਦੀ ਚੌੜਾਈ ਹੋਏਗੀ ਜਿਹੜੀ ਕਿ ਬਾਟਮ ਓਵਰ 2 plus 1 ਇੰਚ ਹੋਏਗੀ। ਬਾਟਮ ਓਵਰ 2 plus 1 ਇੰਚ means 20 over 2 plus 1 inch equal to 11 inches. So 6 ਤੋਂ 7 ਸਾਡੀ ਨੀ ਲਾਈਨ ਜੋ ਹੈ ਉਹ 11 inches ਹੋਏਗੀ। ਇਸ ਤੋਂ ਬਾਅਦ 1 ਤੋਂ 8 ਸਾਡੀ ਬਾਟਮ ਲਾਈਨ ਹੋਏਗੀ ਜੋ ਕਿ ਬਾਟਮ ਓਵਰ 2 ਹੋਏਗੀ 20 over 2 equal to 10 inches. So 1 ਤੋਂ 8 ਸਾਡੀ ਬਾਟਮ ਲਾਈਨ 10 inches ਹੋਏਗੀ। ਇਸ ਤੋਂ ਬਾਅਦ ਅਸੀਂ 3 to 5 make a body rise shape 3 to 5 ਨੂੰ body rise ਦੀ shape means ਆਸਨ ਦੀ shape ਵਿੱਚ ਅਸੀਂ ਮਿਲਾ ਦੇਣਾ ਹੈ। 5 ਤੋਂ 7 ਅਤੇ 7 ਤੋਂ 8 join the points 5 to 7 and 7 to 8 join the points in leg shape 5 ਤੋਂ 7 ਤੇ 7 ਤੋਂ 8 ਦੇ ਪੁਆਇੰਟਸ ਨੂੰ ਅਸੀਂ ਲੱਤ ਦੀ ਸ਼ੇਪ ਵਿੱਚ ਮਿਲਾ ਦੇਣਾ ਹੈ ਲੈਗ ਸ਼ੇਪ ਦੇ ਵਿੱਚ ਮਿਲਾ ਦੇਣਾ ਹੈ। ਇਸ ਤੋਂ ਨੈਕਸਟ ਹੈ ਪਾਕਟ ਦੀ ਮਾਰਕਿੰਗ ਕਰਾਂਗੇ। ਪਾਕਟ ਦੀ ਮਾਰਕਿੰਗ ਲਈ 0 to 9 ਅਸੀਂ ਹਿਪ ਦਾ 12ਵਾਂ ਹਿੱਸਾ ਲਵਾਂਗੇ। ਹਿਪ ਓਵਰ 2 ਇਕੁਅਲ ਟੂ ਆਏਗਾ ਹਿਪ ਓਵਰ 12 ਇਕੁਅਲ ਟੂ ਆਏਗਾ 3 ਇੰਚਸ। ਸੋ 0 to 9 ਸਾਡੇ ਕੋਲ ਆਏਗਾ 3 inches then 9 to 10 ਜਿਵੇਂ ਅਸੀਂ ਪਾਕਟ ਦਾ ਮੂੰਹ ਰੱਖਣ ਬਣਾਉਂਦੇ ਆ ਜਿੱਥੋਂ ਹੱਥ ਪਾਣਾ ਹੁੰਦਾ ਪਾਕਟ ਵਿੱਚ ਉਹ ਨਿਸ਼ਾਨ ਹੋਏਗਾ 9 to 10 9 to 10 ਅਸੀਂ ਰੱਖਾਂਗੇ ਹਿਪ ਓਵਰ 6 ਜੋ ਕਿ 6 inches ਹੋਏਗਾ। ਸੋ ਇਹ ਪਜਾਮੇ ਦੀ ਡਰਾਫਟਿੰਗ ਸੀ। ਫਾਰਮੂਲਾਸ ਲਿਖੇ ਹੋਏ ਆ ਫਾਰਮੂਲਾ ਸਕਰੀਨ ਤੇ ਸ਼ੇਅਰ ਹੋ ਰਹੇ ਆ। ਹਿਪ ਓਵਰ 3 36 over 3 equal to 12 inches ਹਿਪ ਓਵਰ 3 plus 3 ਦਾ ਫਾਰਮੂਲਾ ਲੱਗਾ ਸੀ ਹਿਪ ਲਾਈਨ ਤੇ 36 over 3 plus 3 equal to 15 inches ਬਾਟਮ ਓਵਰ 2 plus 1 inch ਸਾਡਾ ਸੀ ਨੀ ਲਾਈਨ ਦਾ ਫਾਰਮੂਲਾ ਜੋ ਕਿ ਹੈ 20 over 2 plus 1 equal to 11 inches ਬਾਟਮ ਓਵਰ 2 ਸਾਡੀ ਮੋਰੀ ਦਾ ਫਾਰਮੂਲਾ ਸੀ 20 over 2 equal to 10 inches ਸੋ ਇਹ ਸਾਡੇ ਸਿੰਪਲ ਪਜਾਮੇ ਦੀ ਡਰਾਫਟਿੰਗ ਸੀ। ਇਸ ਤੋਂ ਬਾਅਦ ਅਸੀਂ ਪਾਕਟ ਦੀ ਡਰਾਫਟਿੰਗ ਕਰਾਂਗੇ। ਪਾਕਟ ਆਪਸ਼ਨਲ ਹੁੰਦੀ ਆ ਸਿੰਪਲ ਪਜਾਮੇ ਨੂੰ ਪਾਕਟ ਲਗਾਓ ਚਾਹੇ ਨਾ ਲਗਾਓ ਆਪਾਂ ਫਿਰ ਵੀ ਇੱਥੇ ਪਾਕਟ ਦਾ ਡਰਾਫਟ ਕਰਦੇ ਹਾਂ। ਪਾਕਟ ਦਾ ਡਰਾਫਟ ਕਰਨ ਲਈ ਸਭ ਤੋਂ ਪਹਿਲਾਂ ਅਸੀਂ 0 to 1 ਲਵਾਂਗੇ ਪਾਕਟ ਦੀ ਲੈਂਥ 0 to 1 ਪਾਕਟ ਦੀ ਲੈਂਥ ਹੋਏਗੀ ਹਿਪ ਓਵਰ 3 plus 2 inches ਹਿਪ ਓਵਰ 3 plus 2 inches equal to 14 inches 1 to 2 ਸਾਡੀ ਪਾਕਟ ਦੀ ਚੌੜਾਈ ਹੋਏਗੀ ਜੋ ਕਿ ਹਿਪ ਓਵਰ 6 plus 1 inches ਹੋਏਗੀ 7 inches ਸੋ 1 ਤੋਂ 2 ਸਾਡੀ ਪਾਕਟ ਦੀ ਚੌੜਾਈ 7 ਇੰਚ ਹੋਏਗੀ 2 ਤੋਂ 3 ਅਤੇ 3 ਤੋਂ 0 ਅਸੀਂ ਖਾਨਾ ਤਿਆਰ ਕਰਨਾ ਹੈ 2 ਤੋਂ 3 ਤੋਂ 0 ਪੁਆਇੰਟ ਤੱਕ ਖਾਨਾ ਤਿਆਰ ਹੋਇਆ 3 ਤੋਂ 4 ਅਸੀਂ ਅੰਦਰ ਵਾਲੇ ਪਾਸੇ ਨੂੰ 1 ਇੰਚ ਲੈਣਾ ਹੈ 3 ਤੋਂ 4 ਅੰਦਰ ਵਾਲੇ ਪਾਸੇ ਨੂੰ 1 ਇੰਚ ਲੈਣਾ ਹੈ। ਇਸ ਤੋਂ ਬਾਅਦ 4 ਤੋਂ 5 ਨੂੰ ਤਿਰਛਾ ਮਿਲਾਣਾ ਹੈ 4 ਤੋਂ 5 ਨੂੰ draw a slant line 4 ਤੋਂ 5 ਨੂੰ ਤਿਰਛਾ ਮਿਲਾਣਾ ਹੈ 5 ਤੋਂ 6 ਅਸੀਂ ਅੰਦਰ ਵਾਲੇ ਪਾਸੇ ਨੂੰ 1/4 ਇੰਚ ਲੈਣਾ means quarter ਇੰਚ ਲੈਣਾ ਹੈ। ਇਸ ਤੋਂ ਬਾਅਦ half of 1 and 2 and give number 7 ਹੁਣ 1 ਤੋਂ 2 ਦਾ ਅੱਧ ਕਰਕੇ ਅਸੀਂ 7 ਨੰਬਰ ਦੇ ਦੇਣਾ ਹੈ
7 ਨੰਬਰ ਦੇਣ ਤੋਂ ਬਾਅਦ join 6 and 7 in round shape pocket ਦੇ round shape ਦੇਣ ਦੇ ਲਈ ਅਸੀਂ 6 ਤੋਂ 7 ਨੂੰ ਆਪਸ ਵਿੱਚ ਮਿਲਾ ਦੇਣਾ ਹੈ। ਇਹ ਸੀ ਸਾਡੇ pocket ਦੀ drafting। ਇਸ ਤੋਂ next ਹੈ layout of pattern cutting of pajama। pattern cutting of pajama ਦੇ ਵਿੱਚ ਅਸੀਂ small scale pattern ਕੱਟਿਆ ਹੈ ਜੋ ਕਿ screen ਤੇ show ਹੋ ਰਿਹਾ ਹੈ। As shown in the picture, pattern is cut according to the drafting which we have done before। ਜਿਵੇਂ ਕਿ picture ਵਿੱਚ ਦਿਖਾਈ ਦੇ ਰਿਹਾ ਹੈ pattern ਅਸੀਂ ਜਿਹੜਾ ਪਹਿਲਾਂ draft ਕੀਤਾ ਸੀ ਉਹਦੇ according ਹੀ ਕੱਟਿਆ ਹੈ with the same measurement ਉਸੇ measurement ਦੇ ਨਾਲ ਉਸੇ ਨਾਪ ਦੇ ਨਾਲ ਜੋ ਕਿ length 40 ਲੰਬਾਈ 40 ਇੰਚ hip 36 hip 36 ਇੰਚ ਤੇ bottom 20 ਮੋਰੀ ਸਾਡੀ 20 inches ਸੀ। here we have cut the mini pattern। so ਇਹ ਅਸੀਂ 1/6 scale ਤੇ ਹੀ mini pattern ਕੱਟਿਆ ਹੈ। next ਜੋ ਤੁਸੀਂ screen ਤੇ ਦੇਖ ਰਹੇ ਹੋ ਉਹ ਹੈ layout of simple pajama। ਸਿੰਪਲ ਪਜਾਮਾ ਦਾ ਲੇਆਊਟ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ layout of simple pajama is shown in the picture। ਸਿੰਪਲ ਪਜਾਮੇ ਦਾ ਲੇਆਊਟ ਪਿਕਚਰ ਦੇ ਵਿੱਚ ਦਿਖਾਈ ਦੇ ਰਿਹਾ ਹੈ। ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ estimation of fabric ਮਤਲਬ ਕਿ ਅਸੀਂ ਕੱਪੜੇ ਦਾ ਅੰਦਾਜ਼ਾ ਲਗਾਵਾਂਗੇ। ਕੋਈ ਵੀ ਗਾਰਮੈਂਟ ਰੈਡੀ ਕਰਨ ਤੋਂ ਪਹਿਲਾਂ ਉਸਦੀ ਡਰਾਫਟਿੰਗ ਦੈਨ ਪੈਟਰਨ ਕਟਿੰਗ ਦੈਨ ਉਹਦਾ ਲੇਆਊਟ ਕੀਤਾ ਜਾਂਦਾ ਹੈ। ਲੇਆਊਟ ਦਾ ਮਤਲਬ ਹੈ ਅਸੀਂ ਪੂਰਾ ਅੰਦਾਜ਼ਾ ਲਗਾ ਸਕੀਏ ਕਿ ਸਾਨੂੰ ਕੱਪੜਾ ਚਾਹੀਦਾ ਕਿੰਨਾ ਹੈ। ਸੋ ਸਿੰਪਲ ਪਜਾਮੇ ਲਈ ਸਾਨੂੰ we will need 2 into length मतलब 2 ਲੰਬਾਈਆਂ plus 2 inch plus 1 inch for turnings। 2 inch turning means 2 inch ਨੇਫਾ fold ਕਰਨ ਲਈ plus 1 inch ਸਾਨੂੰ ਮੋਰੀ ਵਾਲੇ ਪਾਸਿਓਂ fold ਕਰਨ ਲਈ ਜ਼ਰੂਰਤ ਹੋਏਗੀ। that means ਇਸ ਦਾ ਮਤਲਬ ਹੈ 2 into 40 plus 2 plus 1 inch means 83 inches ਸਾਨੂੰ ਕੱਪੜੇ ਦੀ ਜ਼ਰੂਰਤ ਹੋਏਗੀ ਜੋ ਕਿ 2.2 ਮੀਟਰ 2 ਮੀਟਰ 10 ਪੁਆਇੰਟ ਕੱਪੜਾ ਹੋਏਗਾ। ਸੋ ਸਿੰਪਲ ਪਜਾਮਾ ਬਣਾਉਣ ਦੇ ਲਈ ਸਾਨੂੰ 2 ਮੀਟਰ 10 ਪੁਆਇੰਟ ਕੱਪੜੇ ਦੀ ਜ਼ਰੂਰਤ ਹੋਏਗੀ। ਇਸ ਤਰ੍ਹਾਂ ਅਸੀਂ ਲੇਆਊਟ ਕਰਾਂਗੇ। ਲੇਆਊਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਡਾਊਨ ਵਾਲੀ ਸਾਈਡ ਫੋਲਡ ਹੈ ਔਰ ਰਾਈਟ ਸਾਈਡ ਫੋਲਡ ਹੈ। ਅਸੀਂ ਫੋਲਡ ਕਰਕੇ ਜਿੰਨਾ ਪੈਟਰਨ ਦੀ ਚੌੜਾਈ ਹੈ ਫੋਲਡ ਕਰਕੇ ਅਸੀਂ ਲੇਆਊਟ ਕਰ ਲਿਆ ਹੈ ਔਰ ਵਾਈਟ ਵਾਲੇ ਏਰੀਆ 'ਚ ਪਜਾਮੇ ਦੀਆਂ ਲੈਗਸ ਔਰ ਪਾਕਟ ਨਜ਼ਰ ਆ ਰਹੀ ਹੈ। ਰੈੱਡ ਕਲਰ ਦੇ ਨਾਲ ਅਸੀਂ ਇਸ ਦਾ ਸੀਮ ਅਲਾਉਂਸ ਸ਼ੋ ਕੀਤਾ ਹੈ। ਗ੍ਰੀਨ ਕਲਰ ਦੇ ਨਾਲ ਅਸੀਂ ਇਸ ਦੇ ਫੋਲਡਸ ਨੂੰ ਸ਼ੋ ਕੀਤਾ ਹੈ ਜਿਹੜੇ ਫੋਲਡ ਵਾਸਤੇ ਕੱਪੜਾ ਹੈ ਔਰ ਬਰਾਊਨ ਕਲਰ ਡਾਰਕ ਬਰਾਊਨ ਕਲਰ ਜਿਹੜਾ ਹੈ ਉਹ ਸਾਡਾ ਹੈ ਸਪੇਅਰ ਪੀਸ ਜੋ ਕਿ ਇਸ ਚੋਂ ਕੱਪੜਾ ਬਚੇਗਾ। ਸੋ ਇਹ ਸੀ ਸਾਡੇ ਪਜਾਮੇ ਦਾ ਲੇਆਊਟ। ਪਜਾਮਾ ਦਾ ਲੇਆਊਟ ਕਰਨ ਤੋਂ ਬਾਅਦ ਅਸੀਂ ਕਰਾਂਗੇ ਕੱਪੜੇ ਦੇ ਉੱਤੇ ਪਜਾਮੇ ਦੀ ਕਟਿੰਗ ਆਫ ਸਿੰਪਲ ਪਜਾਮਾ ਔਨ ਫੈਬਰਿਕ। ਸਿੰਪਲ ਪਜਾਮੇ ਦੀ ਕੱਪੜੇ ਦੇ ਉੱਤੇ ਕਟਿੰਗ। As we know that in simple pajama, no front and back will be cut differently। ਜਿੱਦਾਂ ਕਿ ਸਾਨੂੰ ਪਤਾ ਹੈ ਸਿੰਪਲ ਪਜਾਮਾ ਸਧਾਰਨ ਪਜਾਮੇ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਕੋਈ ਵੀ ਬੈਕ ਜਾਂ ਫਰੰਟ ਅਲੱਗ ਤੌਰ ਤੇ ਨਹੀਂ ਕੱਟੀ ਜਾਂਦੀ, ਇਕੁਅਲ ਹੁੰਦੇ ਆ ਫਰੰਟ ਔਰ ਬੈਕ। So first we will fold the fabric lengthwise। ਸਭ ਤੋਂ ਪਹਿਲਾਂ ਅਸੀਂ ਕੱਪੜੇ ਨੂੰ lengthwise fold ਕਰ ਲੈਣਾ ਹੈ ਜਿਹਦੇ ਵਿੱਚ length plus turnings ਹੋਣਗੀਆਂ and then we will fold widthwise fabric according to the pattern। ਇਸ ਤੋਂ ਬਾਅਦ ਅਸੀਂ ਕੱਪੜੇ ਨੂੰ widthwise fold ਕਰਨਾ ਹੈ ਜਿੰਨੀ ਸਾਡੇ ਪੈਟਰਨ ਦੀ ਚੌੜਾਈ ਹੋਏਗੀ। ਸੋ
ਕਟਿੰਗ ਕਰਨ ਲੱਗੇ ਇਸ ਗੱਲਾਂ ਦਾ ਧਿਆਨ ਰੱਖਣਾ ਪੈਣਾ ਹੈ ਕਿ ਜਦੋਂ ਅਸੀਂ ਕਟਿੰਗ ਲਈ ਕੱਪੜੇ ਨੂੰ ਫੋਲਡ ਕਰਨਾ ਹੈ ਉਹਦੇ ਵਿੱਚ ਲੈਂਥ ਪਲੱਸ ਟਰਨਿੰਗਸ ਹੋਣੀਆਂ ਚਾਹੀਦੀਆਂ ਔਰ ਵਿਡਥ ਵਾਈਜ਼ ਫੋਲਡ ਕਰਨਾ ਹੈ। ਲੈਂਥ ਵਾਈਜ਼ ਫੋਲਡ ਕਰਨ ਤੋਂ ਬਾਅਦ ਅਸੀਂ ਉਸ ਨੂੰ ਵਿਡਥ ਵਾਈਜ਼ ਫੋਲਡ ਕਰਾਂਗੇ। ਅੱਗੇ ਕਟਿੰਗ ਇਨਸਟਰਕਸ਼ਨਸ ਜੋ ਹੈ ਉਹ ਸਟੈਪਸ ਦੇ ਵਿੱਚ ਸਮਝਾਈਆਂ ਗਈਆਂ ਹਨ ਕਿ ਕਟਿੰਗ ਨੂੰ ਅਸੀਂ ਕਿਸ ਤਰ੍ਹਾਂ ਸਟੈਪਸ ਦੇ ਵਿੱਚ ਸਮਝ ਸਕਦੇ ਹਾਂ। ਸਭ ਤੋਂ ਪਹਿਲਾਂ ਜਿਵੇਂ ਪਿਕਚਰ 'ਚ ਵੀ ਦਿਖਾਇਆ ਗਿਆ ਹੈ, spread the fabric. So first step is spread the fabric on cutting table by folding lengthwise. ਕੱਪੜੇ ਨੂੰ lengthwise fold ਕਰਕੇ cutting table ਦੇ ਉੱਤੇ ਵਿਛਾ ਦੇਣਾ ਹੈ। Then fold the fabric in width. ਉਸ ਤੋਂ ਬਾਅਦ ਅਸੀਂ ਕੱਪੜੇ ਨੂੰ width ਵਿੱਚ ਯਾਨੀ ਕਿ ਚੌੜਾਈ ਦੇ ਵਿੱਚ fold ਕਰਨਾ ਹੈ according to the pattern. ਪੈਟਰਨ ਦੇ ਅਨੁਸਾਰ ਕੱਟੇ ਹੋਏ ਪੈਟਰਨ ਅਨੁਸਾਰ ਅਸੀਂ ਕੱਪੜੇ ਨੂੰ ਚੌੜਾਈ ਵਿੱਚ ਫੋਲਡ ਕਰਨਾ ਹੈ। According to the pattern, mark on the fabric. ਪੈਟਰਨ ਦੇ ਕੱਟੇ ਹੋਏ ਪੈਟਰਨ ਦੇ ਅਨੁਸਾਰ ਹੀ ਅਸੀਂ ਫੈਬਰਿਕ ਯਾਨੀ ਕੱਪੜੇ ਦੇ ਉੱਤੇ ਨਿਸ਼ਾਨ ਲਗਾਣੇ ਹਨ। And make a layout. ਉਸ ਨਿਸ਼ਾਨਾਂ ਦੇ ਨਾਲ ਅਸੀਂ ਇੱਕ ਕੱਪੜੇ ਦੇ ਉੱਤੇ ਉਸਦਾ ਸਿੰਪਲ ਪਜਾਮੇ ਦਾ ਲੇਆਊਟ ਤਿਆਰ ਕਰਾਂਗੇ। Then pin the pattern paper on the fabric. Then pin up the pattern paper on fabric. ਫਿਰ ਅਸੀਂ pattern paper ਨੂੰ fabric ਦੇ ਉੱਤੇ pin up ਕਰ ਲੈਣਾ ਹੈ। ਫੈਬਰਿਕ ਦੇ ਉੱਤੇ ਪਿਨ ਅਪ ਕਰ ਲੈਣਾ ਹੈ ਤਾਂ ਕਿ ਕਟਿੰਗ ਕਰਨ ਵੇਲੇ ਸਾਡਾ ਕੱਪੜਾ ਹਿੱਲੇ ਨਾ। Third point is take the required seam allowance. Third point ਕੀ ਹੈ? ਅਸੀਂ required seam allowance means ਕਿ ਸਾਨੂੰ ਜਿੰਨਾ seam allowance ਜਿਸ ਸਾਈਡ ਤੋਂ ਚਾਹੀਦਾ ਹੈ ਅਸੀਂ ਉਹਨਾਂ seam allowance ਰੱਖ ਲੈਣਾ ਹੈ। ਜਿਸ ਵਿੱਚ which will be 1/4 on the body rise line. Body rise line means ਆਸਨ ਵਾਲੇ ਪਾਸਿਓਂ 1/4 ਹੋਏਗਾ, quarter inch ਹੋਏਗਾ and 1/4 from the side seam और 1/4 ही side seam ਤੋਂ ਹੋਏਗਾ। 1/4 ਇੰਚ ਹੀ ਅਸੀਂ side seam ਤੋਂ allowance ਦਵਾਂਗੇ and 1 inch from the inseam. 1 ਇੰਚ ਜਿਹੜਾ ਕਿ ਲੱਤ ਦੀ ਸੀਨ ਹੁੰਦੀ ਹੈ inseam ਦੇ ਵਿੱਚ ਅਸੀਂ 1 ਇੰਚ ਦਾ seam allowance ਦਵਾਂਗੇ and mark it on the fabric. और seam allowance ਦੇਣ ਤੋਂ ਬਾਅਦ ਉਸਦੇ ਨਿਸ਼ਾਨ ਫੈਬਰਿਕ ਦੇ ਉੱਤੇ ਲਗਾ ਦਵਾਂਗੇ ਜਿਸ ਤਰ੍ਹਾਂ ਕਿ ਪਿਕਚਰ ਵਿੱਚ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਚੌਥਾ ਤੇ ਲਾਸਟ ਪੁਆਇੰਟ ਹੈ after marking on the fabric. ਕੱਪੜੇ ਤੇ ਨਿਸ਼ਾਨ ਲਗਾਉਣ ਤੋਂ ਬਾਅਦ cut it with scissor accordingly. ਅਸੀਂ ਇਸ ਨੂੰ ਸੀਜ਼ਰ ਦੇ ਨਾਲ ਨਿਸ਼ਾਨਾਂ ਦੇ ਅਕੋਰਡਿੰਗ ਕੱਟ ਦੇਣਾ ਹੈ। ਸੋ ਇਹ ਸਾਡੀਆਂ ਕੁਝ ਇਨਸਟਰਕਸ਼ਨਸ ਸੀ ਜਿਹੜੀਆਂ ਕਿ ਕਟਿੰਗ ਇਨਸਟਰਕਸ਼ਨ ਸੀ ਜਿਨ੍ਹਾਂ ਨੂੰ ਅਸੀਂ ਸਟੈਪਸ ਵਿੱਚ ਦੱਸਿਆ ਹੈ। ਇਸ ਤੋਂ ਨੈਕਸਟ ਅਸੀਂ ਕਰਾਂਗੇ ਸਟਿਚਿੰਗ ਆਫ ਸਿੰਪਲ ਪਜਾਮਾ। ਸਿੰਪਲ ਪਜਾਮਾ ਦੀ ਸਟਿਚਿੰਗ ਜੋ ਹੈ ਉਹ ਕਿਸ ਤਰ੍ਹਾਂ ਕਰਨੀ ਹੈ। ਫਸਟ ਆਫ ਆਲ ਸਟਿਚ ਸੈਂਟਰ ਫਰੰਟ। ਜਿਸ ਤਰ੍ਹਾਂ ਕਿ ਪਿਕਚਰ ਦੇ ਵਿੱਚ ਸ਼ੋ ਹੋ ਰਿਹਾ ਹੈ ਜਿੱਥੇ ਡਾਟਡ ਲਾਈਨ ਬਲੈਕ ਕਲਰ ਦੀ ਨਜ਼ਰ ਆ ਰਹੀ ਹੈ। ਸਭ ਤੋਂ ਪਹਿਲਾਂ ਅਸੀਂ ਇਸ ਪਾਰਟ ਨੂੰ ਸਟਿਚ ਕਰਾਂਗੇ। Pin the two pieces together at the center seam. Pin the two pieces together at the center seam. ਹੁਣ ਕੀ ਕਹਿ ਰਿਹਾ ਕਿ ਦੋ ਪੀਸਾਂ ਨੂੰ ਇਕੱਠਾ ਚੁੱਕਣਾ ਹੈ, ਦੋ ਪੀਸਾਂ ਨੂੰ ਇਕੱਠਾ ਚੱਕਣਾ ਹੈ ਔਰ ਸੈਂਟਰ ਸੀਮ ਲਗਾਣੀ ਹੈ, ਸੈਂਟਰ ਸੀਮ ਲਗਾ ਦੇਣੀ ਹੈ। ਠੀਕ ਹੈ। Pin the two pieces together at the center seam. ਦੋ ਪੀਸ ਚੁੱਕ ਕੇ ਅਸੀਂ ਪਜਾਮੇ ਦੇ ਉਸ ਨੂੰ ਸੈਂਟਰ ਸੀਮ ਲਗਾ ਦੇਣੀ ਹੈ ਜਿਵੇਂ ਕਿ ਪਿਕਚਰ ਦੇ ਵਿੱਚ ਦਿਖਾਇਆ ਗਿਆ ਹੈ। Keeping them right side together. Keeping them right side together means ਉਹਨਾਂ ਦੀਆਂ ਸਿੱਧੇ ਪਾਸੇ ਵਾਲੀ ਸਾਈਡ ਅੰਦਰ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ wrong side ਉੱਪਰ ਲਿਖਿਆ ਹੋਇਆ ਇਸ ਤਰ੍ਹਾਂ wrong side ਦੂਜੇ ਪਾਸੇ ਹੋਣੀ ਚਾਹੀਦੀ ਹੈ ਔਰ ਅੰਦਰ ਵਾਲੇ ਪਾਸੇ ਦੋਨੋਂ ਸਿੱਧੀਆਂ ਸਾਈਡਾਂ ਹੋਣੀਆਂ ਚਾਹੀਦੀਆਂ ਹਨ। Keeping 1/4 seam allowance. ਇਸ ਵਾਸਤੇ ਅਸੀਂ seam allowance ਜੋ ਹੈ ਉਹ 1/4 ਇੰਚ ਰੱਖਣਾ ਹੈ। Means 1/4 quarter inch seam allowance ਅਸੀਂ ਰੱਖਣਾ ਹੈ। Stitch the front pieces together at the center part of the pajama. ਇਹ ਜਿਹੜੇ center part ਹੈ ਪਜਾਮੇ ਦੇ ਇਸ ਨੂੰ ਇਸ ਤਰ੍ਹਾਂ ਦੋ ਪੀਸ ਲੈ ਕੇ stitch ਕਰ ਦੇਣਾ ਹੈ।
the center part of the pajama can be stitched with French seam. इस part ਨੂੰ ਅਸੀਂ French seam ਦੇ ਨਾਲ ਵੀ stitch ਕਰ ਸਕਦੇ ਹਾਂ। मतलब इस ਜਿਹੜੀ ਆਪਣੀ center ਦੀ ਸਿਲਾਈ ਆ ਉਸਨੂੰ ਅਸੀਂ ਗੁੰਮ ਸਿਲਾਈ ਲਗਾ ਕੇ stitch ਕਰ ਸਕਦੇ ਹਾਂ। Repeat with the other pieces. ਇਹੀ ਜੋ process ਅਸੀਂ ਦੋ pieces ਨੂੰ ਜੋੜ ਕੇ ਇੱਕ ਸਾਈਡ ਵਾਲੀ ਲੱਤ ਤੇ ਅਪਲਾਈ ਕੀਤਾ ਹੈ, ਸੇਮ ਪ੍ਰੋਸੈਸ ਅਸੀਂ ਅਗਲੇ ਦੋ ਪੀਸ ਜੋੜ ਕੇ ਸੇਮ ਤਰੀਕੇ ਦਾ ਨਾਲ ਸੈਂਟਰ ਸੀਮ ਲਗਾ ਦੇਣੀ ਹੈ। ਇਸ ਤੋਂ ਨੈਕਸਟ ਹੈ ਸਟਿਚ ਆਊਟਸਾਈਡ ਸੀਮ। ਇਸ ਤੋਂ ਸੈਂਟਰ ਸੀਮ ਲਗਾਉਣ ਤੋਂ ਬਾਅਦ ਅਸੀਂ ਪਜਾਮੇ ਦੀਆਂ ਦੋਵੇਂ ਲੈਗਸ ਦੀ ਦੋਵੇਂ ਲੱਤਾਂ ਦੀਆਂ ਸਾਈਡਾਂ ਦੀਆਂ ਸਲਾਈਆਂ ਲਗਾਵਾਂਗੇ, ਜਿਸ ਤਰ੍ਹਾਂ ਕਿ ਪਿਕਚਰ ਦੇ ਵਿੱਚ ਐਰੋ ਨਾਲ ਇੰਡੀਕੇਟ ਕੀਤਾ ਹੋਇਆ ਹੈ। ਪਿਕ two different pieces of one leg pajama with the right side together along the outer seam using 1/4 seam allowance. ਦੋ ਪੀਸ ਲੈ ਲੈਣੇ ਹੈ, ਇੱਕ ਲੱਤ ਦੇ ਪਜਾਮੇ ਦੀ ਇੱਕ ਲੱਤ ਦੇ ਦੋ ਪੀਸ ਲੈ ਲੈਣੇ ਹੈ ਅਸੀਂ, ਉਹਨਾਂ ਨੂੰ ਅਸੀਂ ਸਾਈਡ ਤੇ ਆਊਟਰ ਸੀਮ ਲਗਾਣੀ ਹੈ, ਜਿਸ ਦਾ ਸੀਮ ਅਲਾਉਂਸ 1/4 ਇੰਚਸ ਹੋਏਗਾ। ਕੁਆਟਰ ਇੰਚ ਰੱਖ ਕੇ ਅਸੀਂ ਪਜਾਮੇ ਦੇ ਦੋ ਪੀਸ ਜੋੜ ਕੇ ਸਾਈਡ ਤੇ ਸੀਮ ਲਗਾ ਦੇਣੀ ਹੈ। stitch them from upside down. ਇਹਨਾਂ ਨੂੰ ਸਟਿਚ ਕਿਵੇਂ ਕਰਨਾ, ਉੱਪਰੋਂ ਦੋਵਾਂ ਨੂੰ ਇਕੱਠੇ ਰੱਖ ਕੇ ਇਕੱਠੇ ਜੋੜ ਕੇ ਅਸੀਂ ਬਾਟਮ ਵਾਲੀ ਸਾਈਡ ਨੂੰ ਅਪਸਾਈਡ ਡਾਊਨ ਮੀਨਸ ਉੱਪਰ ਵਾਲੀ ਸਾਈਡ ਤੋਂ ਨੀਚੇ ਵਾਲੀ ਸਾਈਡ ਨੂੰ ਅਸੀਂ ਸੀਮ ਲਗਾਉਂਦੇ ਆ ਜਾਣਾ ਹੈ। repeat the same process with the other leg of the pajama. ਸੇਮ ਪ੍ਰੋਸੈਸ ਜਿਵੇਂ ਸਾਈਡ ਸੀਮ ਇੱਧਰ ਅਸੀਂ ਪਜਾਮੇ ਦੀ ਇੱਕ ਲੱਤ ਦੇ ਦੋਨੋਂ ਪੀਸਾਂ ਨੂੰ ਜੋੜ ਕੇ ਸੀਮ ਲਗਾਈ ਹੈ, ਇਸੇ ਤਰੀਕੇ ਨਾਲ ਅਸੀਂ ਦੂਸਰੀ ਸਾਈਡ ਦੀਆਂ ਲੈਗਸ ਨੂੰ ਜੋੜ ਕੇ ਆਊਟਰ ਸਾਈਡ ਜਿਹੜੀ ਆਊਟਸਾਈਡ ਸੀਮ ਹੈ ਉਹ ਲਗਾ ਦੇਣੀ ਹੈ ਕੁਆਟਰ ਇੰਚ ਦਾ ਦਬਾ ਦੇ ਕੇ। ਇਸ ਤੋਂ ਨੈਕਸਟ ਹੈ ਸਾਡੀ ਸਟਿਚ ਇਨ ਸੀਮ। ਸਟਿਚ ਇਨ ਸੀਮ ਕਿਹੜੀ ਹੁੰਦੀ ਆ, ਜੋ ਕਿ ਇਨਸਾਈਡ ਲੈਗ ਦੀ ਸੀਮ ਹੁੰਦੀ ਹੈ। ਸਟਿਚ ਇਨ ਸੀਮ ਦੇ ਵਿੱਚ ਅਸੀਂ ਦੇਖਾਂਗੇ ਜਿਸ ਤਰ੍ਹਾਂ ਫੋਟੋ ਦੇ ਵਿੱਚ ਇੰਡੀਕੇਟ ਕੀਤਾ ਹੋਇਆ ਹੈ, ਇਹ ਵਾਲੀ ਸਿਲਾਈ ਨੂੰ ਅਸੀਂ ਦੇਖਾਂਗੇ ਕਿਵੇਂ ਲਗਾਉਂਦੇ ਆ। ਪਿਨ ਦ ਫਰੰਟ ਟੂ ਦ ਰਾਈਟ ਬੈਕ, ਦੋਨੋਂ ਲੈਗਸ ਨੂੰ ਫਰੰਟ ਬੈਕ ਨੂੰ ਇਕੱਠੇ ਜੋੜ ਲੈਣਾ ਹੈ। ਜੋੜਨ ਲੱਗਿਆਂ ਫਿਰ ਸਿੱਧੀ ਸਾਈਡ ਅਸੀਂ ਅੰਦਰ ਵਾਲੇ ਪਾਸੇ ਰੱਖਣੀ ਹੈ। ਅੰਦਰ ਵਾਲੇ ਪਾਸੇ ਰੱਖਣ ਤੋਂ ਬਾਅਦ the inseam using 1/4 seam allowance, stitch them to the inseams. ਜਿਹੜੀਆਂ ਇਹ ਵਾਲੀਆਂ inseams ਆ ਇਹਨਾਂ ਨੂੰ ਅਸੀਂ ਸਟਿਚ ਕਰ ਦੇਣਾ ਹੈ। ਸਟਿਚ ਕਰਨ ਤੋਂ ਬਾਅਦ there are two methods for this. One is to start stitching at the center. ਇਹ ਵਾਲੀ ਸਿਲਾਈ ਲਗਾਉਣ ਦੇ ਦੋ ਮੈਥਡਸ ਹੈ। ਪਹਿਲੇ ਮੈਥਡ ਦੇ ਵਿੱਚ ਅਸੀਂ ਕੀ ਕਰਦੇ ਹਾਂ, ਸੈਂਟਰ ਤੋਂ ਸੀਮ ਸ਼ੁਰੂ ਕਰਦੇ ਹਾਂ ਔਰ ਪਹਿਲਾਂ ਲੈਫਟ ਵਾਲੀ ਲੈਗ ਦੇ ਬਾਟਮ ਵੱਲ ਨੂੰ ਆ ਜਾਂਦੇ ਆ ਜਾਂ ਰਾਈਟ ਵਾਲੀ ਲੈਗ ਦੇ ਬਾਟਮ ਵੱਲ ਨੂੰ ਆ ਜਾਂਦੇ ਆ। ਸੇਮ ਤਰੀਕੇ ਨਾਲ ਅਸੀਂ ਦੂਸਰੀ ਸਾਈਡ ਦੀ ਸੀਮ ਸੈਂਟਰ ਤੋਂ ਸਟਾਰਟ ਕਰਕੇ ਬਾਟਮ ਵੱਲ ਨੂੰ ਲੈ ਜਾਂਦੇ ਆ। ਐਂਡ ਦ ਅਦਰ ਮੈਥਡ, ਸੈਕਿੰਡ ਮੈਥਡ ਇਜ਼ ਟੂ ਸਟਾਰਟ ਐਟ ਦ ਬਾਟਮ ਆਫ ਦ ਲੈਗ। ਜਿਹੜਾ ਸੈਕਿੰਡ ਮੈਥਡ ਆ ਉਹਦੇ ਵਿੱਚ ਅਸੀਂ ਕੀ ਕਰਦੇ ਆ, ਬਾਟਮ ਤੋਂ ਸਿਲਾਈ ਸ਼ੁਰੂ ਕਰਦੇ ਆ ਔਰ ਉੱਪਰ ਵਾਲੇ ਪਾਸੇ ਨੂੰ ਰਾਉਂਡ ਜਾਂਦੀ ਹੋਈ ਦੂਜੀ ਲੈਗ ਦੇ ਬਾਟਮ ਵਾਲੇ ਪਾਸੇ ਨੂੰ ਆ ਜਾਂਦੀ ਹੈ। ਸਟਿਚ ਅਪ ਟੂ ਦ ਸੈਂਟਰ ਐਂਡ ਦੈਨ ਔਨ down the other leg. ਉੱਪਰ ਵੱਲ ਨੂੰ ਜਾਂਦੇ ਹੋਏ ਦੂਸਰੀ ਲੱਤ ਦੇ ਥੱਲੇ ਵੱਲ ਨੂੰ ਬਾਟਮ ਵਾਲੇ ਪਾਸੇ ਨੂੰ ਸੀਮ ਲਗਾਉਂਦੇ ਆ ਜਾਣਾ ਹੈ। For beginner it might be better to use the first method. ਜਿਵੇਂ ਕੋਈ ਬਿਗਨਰ ਹੁੰਦਾ ਜਿਹੜਾ ਸਟਿਚਿੰਗ ਪਹਿਲਾਂ ਸਿੱਖਣੀ ਸ਼ੁਰੂ ਕਰਦਾ ਨਵੀਂ ਉਸ ਦੇ ਲਈ ਪਹਿਲਾ ਵਾਲਾ ਮੈਥਡ ਸੈਂਟਰ ਤੋਂ ਜੁਆਇਨ ਕਰਕੇ ਬਾਟਮ ਵਾਲੀ ਸਾਈਡ ਨੂੰ ਆਣਾ ਹੀ ਬੈਟਰ ਰਹੇਗਾ, ਤਾਂ ਕਿ ਸਾਰੇ ਪੀਸ ਇੱਕੋ ਜਿਹੇ ਰਹਿਣ, ਆਪਸ ਦੇ ਵਿੱਚ ਸੇਮ ਜੁੜੇ ਰਹਿਣ, ਕੋਈ ਪੀਸ ਅੱਗੇ ਪਿੱਛੇ ਨਾ ਹੋਵੇ। ਇਸ ਤੋਂ ਨੈਕਸਟ ਹੈ ਹੈਮਿੰਗ। ਪਜਾਮਾ ਦੀ ਸਟਿਚਿੰਗ ਕਰਦੇ ਹਾਂ ਅਸੀਂ ਸੈਂਟਰ ਸੀਮ ਲਗਾਈ, ਸਾਈਡ ਸੀਮ ਲਗਾਈ, ਇਨ ਸੀਮ ਲਗਾਈ, ਉਸ ਤੋਂ ਬਾਅਦ ਅਸੀਂ ਕਰਾਂਗੇ ਪਜਾਮੇ ਦੀ ਹੈਮਿੰਗ। ਪਜਾਮਾ ਦੀ ਹੈਮਿੰਗ ਜੋ ਹੈ ਸਭ ਤੋਂ ਸੈਕਿੰਡ ਲਾਸਟ ਪ੍ਰੋਸੈਸ ਹੈ। ਪਜਾਮਾ ਦੀ ਹੈਮਿੰਗ ਕਰਨ ਦੇ ਟਾਈਮ ਅਸੀਂ ਕੀ ਕਰਨਾ ਹੈ, after swing center seam, out seam, in seam, center seam, side ਦੀ ਸਿਲਾਈ ਔਰ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਸੈਂਟਰ ਵਾਲੀ ਸਿਲਾਈ ਲਗਾਉਣ ਤੋਂ ਬਾਅਦ
we will do hemming at the bottom. ਅਸੀਂ bottom ਦੀ hemming ਕਰਾਂਗੇ by turning inside out. inside out ਤੁਸੀਂ ਫੋਟੋ ਦੇ ਵਿੱਚ ਦੇ ਸਕਦੇ ਆ। by turning inside out, ਅੰਦਰ ਵਾਲੀ ਸਾਈਡ ਨੂੰ ਅਸੀਂ ਬਾਹਰ ਵਾਲੀ ਸਾਈਡ ਨੂੰ fold ਕਰ ਦੇਣਾ। pin the fabric and iron it, ਫੈਬਰਿਕ ਨੂੰ ਪਿਨ ਕਰ ਲੈਣਾ ਹੈ ਤਾਂ ਕਿ ਉਹ ਹਿੱਲੇ ਨਾ ਤੇ ਸਾਡਾ ਫੋਲਡ ਦੇ ਵਿੱਚ ਜਿਹੜੀ ਫਿਨਿਸ਼ਿੰਗ ਆ ਜਾਏ। pin the fabric and iron it with press, ਫੈਬਰਿਕ ਨੂੰ ਪਿਨ ਅਪ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਇਨਸਾਈਡ ਆਊਟ ਵਾਲੇ ਪਾਸੇ ਨੂੰ ਲਿਆ ਕੇ ਬਾਹਰ ਵਾਲੇ ਪਾਸੇ ਨੂੰ ਅੰਦਰ ਵਾਲੀ ਸਾਈਡ ਨੂੰ ਬਾਹਰ ਵਾਲੇ ਪਾਸੇ ਫੋਲਡ ਕਰਕੇ ਪਿਨ ਅਪ ਕਰ ਦੇਣਾ। ਉਸ ਤੋਂ ਬਾਅਦ ਉਹਨੂੰ ਪ੍ਰੈਸ ਕਰ ਦੇਣਾ ਹੈ so that it can be easy to hem properly, ਤਾਂ ਕਿ ਪਜਾਮੇ ਦੇ ਬਾਟਮ ਨੂੰ ਤਰਪਾਈ ਕਰਨਾ ਸਾਡੇ ਲਈ ਈਜ਼ੀ ਹੋ ਜਾਵੇ। ਸੋ ਇਹ ਜਿਹੜਾ ਸੀ ਬਾਟਮ ਫੋਲਡ ਕਰਨ ਦਾ ਪ੍ਰੋਸੈਸ ਸੀ। ਇਸ ਤੋਂ ਨੈਕਸਟ ਹੈ ਇੰਸਟਾਲ ਇਲਾਸਟਿਕ। ਪਜਾਮੇ ਦਾ ਇਲਾਸਟਿਕ ਇੰਸਟਾਲ ਕਰਨਾ ਇਹ ਸਾਡੀ ਆਪਸ਼ਨਲ ਹੁੰਦੇ ਆ, ਜਾਂ ਤਾਂ ਅਸੀਂ ਵੇਸਟ ਬੈਂਡ ਲਗਾ ਸਕਦੇ ਆ ਜਾਂ ਇਲਾਸਟਿਕ ਇੰਸਟਾਲ ਕਰ ਸਕਦੇ ਆ, ਡੋਰੀ ਇੰਸਟਾਲ ਕਰ ਸਕਦੇ ਆ ਜਾਂ ਡਰਾਸਟਿੰਗ ਯਾਨੀ ਕਿ ਨਾਲਾ ਇੰਸਟਾਲ ਕਰ ਸਕਦੇ ਆ। ਇੱਥੇ ਮੈਂ ਇੰਸਟਾਲ ਇਲਾਸਟਿਕ ਬਾਰੇ ਦੱਸਾਂਗੀ। ਕੱਟ 3 by 4 ਇੰਚ ਇਲਾਸਟਿਕ ਮੀਨਸ ਪੌਣੇ ਇੰਚ ਦੀ ਇਲਾਸਟਿਕ ਜਿਹੜੀ ਹੈ 3 to 4 short inches shorter than your waist, ਤੁਸੀਂ ਆਪਣੀ ਵੇਸਟ ਤੋਂ 3 ਜਾਂ 4 ਇੰਚ ਛੋਟੀ ਨਾਪ ਕੇ ਰੱਖਣੀ ਹੈ। ਮੀਨਸ ਕਿ ਕੱਟ 3 by 4 ਮੀਨਸ 3/4 ਇੰਚ ਦੀ ਅਸੀਂ ਇਲਾਸਟਿਕ ਲੈਣੀ ਹੈ। ਪੌਣੇ ਇੰਚ ਦੀ ਇਲਾਸਟਿਕ ਲੈ ਕੇ ਉਸਨੂੰ ਆਪਣੇ ਕਮਰ ਦੇ ਨਾਪ ਤੋਂ 3 ਜਾਂ 4 ਇੰਚ ਛੋਟਾ ਰੱਖਣਾ ਹੈ depending upon how snug you would like them to be. how snug means ਹੁੰਦਾ ਜਿੰਨਾ ਤੁਸੀਂ ਉਹਨੂੰ ਟਾਈਟ ਜਾਂ ਲੂਜ਼ ਰੱਖਣਾ ਚਾਹੁੰਦੇ ਆ। ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਉਹਨੂੰ ਕਿੰਨਾ ਲੂਜ਼ ਰੱਖਣਾ ਜਾਂ ਟਾਈਟ ਰੱਖਣਾ। ਜੇ ਟਾਈਟ ਰੱਖਣਾ ਤਾਂ ਅਸੀਂ ਹੋਰ ਜ਼ਿਆਦਾ 3 to 5-6 ਇੰਚਸ ਵੀ ਉਹਨੂੰ ਛੋਟਾ ਰੱਖ ਸਕਦੇ ਹਾਂ। ਅਗਰ ਲੂਜ਼ ਰੱਖਣਾ it is more than enough to take 3 or 4 inches, 3 ਤੋਂ 4 ਇੰਚਸ ਆਪਣੀ ਕਮਰ ਦੇ ਨਾਪ ਤੋਂ ਜ਼ਿਆਦਾ ਰੱਖਣਾ ਸਹੀ ਹੁੰਦਾ ਹੈ। if elastic is very stiff, ਜੇਕਰ ਇਲਾਸਟਿਕ ਕਈ ਵਾਰੀ ਬਹੁਤ ਹਾਰਡ ਹੁੰਦੀ ਹੈ, ਉਹਨੂੰ ਖਿੱਚਣਾ ਮੁਸ਼ਕਲ ਹੁੰਦਾ ਹੈ, cut it closer to your waist measurement, ਇਸ ਨੂੰ ਆਪਣੀ ਕਮਰ ਦੇ ਨਾਪ ਦੇ ਕੋਲ ਹੀ ਰੱਖਣਾ ਹੈ, ਮਤਲਬ ਕਮਰ ਦੇ ਨਾਪ ਤੋਂ ਜ਼ਿਆਦਾ ਛੋਟਾ ਨਹੀਂ ਕੱਟਣਾ ਹੈ। make a mark on each end of the elastic, ਇਲਾਸਟਿਕ ਦੇ ਦੋਨੋਂ ਕਿਨਾਰਿਆਂ ਤੇ ਅਸੀਂ ਇੱਕ ਨਿਸ਼ਾਨ ਲਗਾ ਲੈਣਾ ਹੈ। run a safety pin through end of the elastic, ਇਸ ਤਰ੍ਹਾਂ ਜਿਸ ਤਰ੍ਹਾਂ ਫੋਟੋ ਦੇ ਵਿੱਚ ਦਿਖ ਰਿਹਾ ਇਲਾਸਟਿਕ ਨੂੰ ਸੇਫਟੀ ਪਿਨ ਦੇ ਨਾਲ ਪਿਨ ਕਰ ਲੈਣਾ ਹੈ। use the safety to feed the elastic through the casing, ਇਸ ਤਰ੍ਹਾਂ ਸੇਫਟੀ ਪਿਨ ਨੂੰ ਯੂਜ਼ ਕਰਕੇ ਅਸੀਂ ਇਲਾਸਟਿਕ ਜਿਹੜੀ ਆ ਉਹ ਕੇਸਿੰਗ ਦੇ ਵਿੱਚੋਂ ਦੀ ਫੋਲਡ ਦੇ ਵਿੱਚੋਂ ਦੀ ਜਾਂ ਨੇਫੇ ਦੇ ਵਿੱਚੋਂ ਦੀ ਲਗਾ ਸਕਦੇ ਹਾਂ। ਪੁਸ਼ ਦ ਸੇਫਟੀ ਪਿਨ, ਅਸੀਂ ਕੀ ਕਰਨਾ ਹੈ ਸੇਫਟੀ ਪਿਨ ਨੂੰ ਅੱਗੇ ਵਾਲੇ ਪਾਸੇ ਪੁਸ਼ ਕਰੀ ਜਾਣਾ ਹੈ ਆਪਣੀ ਕੇਸਿੰਗ ਦੇ ਵਿੱਚ ਨੇਫੇ ਵਾਲੀ ਸਾਈਡ ਦੇ ਵਿੱਚ। ਵਿਦ ਵਨ ਹੈਂਡ, ਇੱਕ ਹੱਥ ਦੇ ਨਾਲ ਅਸੀਂ ਪੁਸ਼ ਕਰਾਂਗੇ ਤੇ ਦੂਜੇ ਹੱਥ ਦੇ ਨਾਲ ਪੁਲ ਇਟ ਵਿਦ ਦ ਅਦਰ, ਦੂਸਰੇ ਹੱਥ ਦੇ ਨਾਲ ਅਸੀਂ ਇਹਨੂੰ ਖਿੱਚਣਾ ਹੈ, ਆਪਣੇ ਵੱਲ ਨੂੰ ਖਿੱਚਣਾ ਹੈ ਕੱਪੜੇ ਨੂੰ। ਇੱਕ ਹੱਥ ਨਾਲ ਅਸੀਂ ਇਲਾਸਟਿਕ ਪੁਸ਼ ਕਰਨੀ ਹੈ, ਦੂਸਰੇ ਹੱਥ ਨਾਲ ਅਸੀਂ ਕੱਪੜੇ ਨੂੰ ਪੁਲ ਕਰਨਾ ਹੈ। until the elastic is all the way around the casing, ਉਦੋਂ ਤੱਕ ਪੁਸ਼ ਕਰਦੇ ਜਾਣਾ ਜਦ ਤੱਕ ਇਲਾਸਟਿਕ ਸਾਰੇ ਪਜਾਮੇ ਦੇ ਵਿੱਚ ਘੁੰਮ ਨਹੀਂ ਜਾਂਦੀ, ਸਾਰੇ ਨੇਫੇ ਦੇ ਵਿੱਚ ਘੁੰਮ ਨਹੀਂ ਜਾਂਦੀ। ਇਸ ਤੋਂ ਨੈਕਸਟ ਅਸੀਂ ਕਰਾਂਗੇ ਫਿਨਿਸ਼ਿੰਗ ਆਫ ਦਾ ਗਾਰਮੈਂਟ। ਫਿਨਿਸ਼ਿੰਗ ਆਫ ਦਾ ਗਾਰਮੈਂਟ ਦੇ ਵਿੱਚ ਕੀ ਹੈ ਕਿ ਜਿਸ ਤਰ੍ਹਾਂ ਹੁਣ ਸਾਡਾ ਗਾਰਮੈਂਟ ਰੈਡੀ ਹੋ ਗਿਆ, ਸਟਿਚ ਹੋ ਗਿਆ ਹੈ, ਉਸਨੂੰ ਅਸੀਂ ਹੁਣ ਫਿਨਿਸ਼ ਕਰਨਾ ਹੈ। ਸਭ ਤੋਂ ਪਹਿਲਾਂ ਅਸੀਂ ਪਜਾਮੇ ਦਾ ਡਰਾਫਟ ਕੀਤਾ, ਫਿਰ ਪੈਟਰਨ ਕੱਟਿਆ, ਫਿਰ ਉਸਦਾ ਲੇਆਊਟ ਕੀਤਾ। ਲੇਆਊਟ ਕਰਨ ਤੋਂ ਬਾਅਦ ਉਸਦੀ ਫੈਬਰਿਕ ਦੇ ਉੱਤੇ ਕਟਿੰਗ ਕੀਤੀ। ਫੈਬਰਿਕ ਉੱਤੇ ਕਟਿੰਗ ਕਰਨ ਤੋਂ ਬਾਅਦ ਅਸੀਂ ਉਸਨੂੰ ਸਟਿਚਿੰਗ ਕੀਤੀ, ਜਿਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸੈਂਟਰ ਸੀਮ ਲਗਾਈ। ਸੈਂਟਰ ਸੀਮ ਲਗਾਉਣ ਤੋਂ ਬਾਅਦ ਅਸੀਂ ਸਾਈਡ ਸੀਮਸ ਲਗਾਈਆਂ। ਸਾਈਡ ਸੀਮ ਲਗਾਉਣ ਤੋਂ ਬਾਅਦ ਅਸੀਂ ਉਸਨੂੰ ਇਨਸਾਈਡ ਸੀਮ ਲਗਾ ਕੇ ਸਟਿਚ ਕੀਤਾ। ਇਨਸੀਮ ਲਗਾਉਣ ਤੋਂ ਬਾਅਦ ਅਸੀਂ ਉਸਦੇ ਬਾਟਮ ਨੂੰ ਫੋਲਡ ਕੀਤਾ। ਬਾਟਮ ਨੂੰ ਫੋਲਡ ਕਰਨ ਤੋਂ ਬਾਅਦ ਅਸੀਂ ਹੁਣ ਨੇਫਾ ਫੋਲਡ ਕੀਤਾ, ਉਸ ਤੋਂ ਬਾਅਦ ਅਸੀਂ ਨੇਫੇ ਦੇ ਵਿੱਚ
ਇਲਾਸਟਿਕ ਨੂੰ ਇਨਸਰਟ ਕੀਤਾ। ਹੁਣ ਸਾਰਾ ਗਾਰਮੈਂਟ ਰੈਡੀ ਹੋ ਗਿਆ ਹੈ, ਪਜਾਮਾ ਦੀ ਪੂਰੀ ਥੋਰੋਲੀ ਕੰਸਟਰਕਸ਼ਨ ਹੋ ਗਈ ਹੈ। ਉਸ ਤੋਂ ਬਾਅਦ ਲਾਸਟ ਜੋ ਪ੍ਰੋਸੈਸ ਹੈ ਸਾਡਾ ਹੋਏਗਾ ਫਿਨਿਸ਼ਿੰਗ ਦਾ। ਫਿਨਿਸ਼ਿੰਗ ਦੇ ਵਿੱਚ ਅਸੀਂ ਕੀ ਕਰਦੇ ਹਾਂ, ਆਫਟਰ ਗਾਰਮੈਂਟ ਗॉट ਕੰਸਟਰਕਟਡ, ਜਿੱਦਾਂ ਕਿ ਸਾਡਾ ਗਾਰਮੈਂਟ ਜੋ ਹੈ, ਜਿਵੇਂ ਅਸੀਂ ਇੱਥੇ ਸਿੰਪਲ ਪਜਾਮਾ ਰੈਡੀ ਕਰ ਰਹੇ ਹਾਂ, ਉਹ ਰੈਡੀ ਹੋ ਗਿਆ ਸਟਿਚਿੰਗ ਤੋਂ ਬਾਅਦ। ਕੰਸਟਰਕਸ਼ਨ ਮੀਨਸ ਕੰਸਟਰਕਟਡ ਮੀਨਸ ਸਟਿਚ ਹੋ ਗਿਆ ਹੈ। we must finish the garment, ਸਾਨੂੰ ਗਾਰਮੈਂਟ ਦੀ ਫਿਨਿਸ਼ਿੰਗ ਜ਼ਰੂਰ ਕਰਨੀ ਚਾਹੀਦੀ ਹੈ। ਫਿਨਿਸ਼ਿੰਗ ਪ੍ਰੋਸੈਸ ਇਨਕਲੂਡਸ ਕਟਿੰਗ ਆਫ ਐਕਸਟਰਾ ਥ੍ਰੈਡਸ। ਫਿਨਿਸ਼ਿੰਗ ਪ੍ਰੋਸੈਸ ਦੇ ਵਿੱਚ ਕੀ ਆ ਜਾਂਦਾ ਹੈ, ਜਿਹੜੇ ਐਕਸਟਰਾ ਧਾਗੇ ਹੁੰਦੇ ਆ ਉਹਨਾਂ ਦੀ ਕਟਿੰਗ ਆ ਜਾਂਦੀ ਹੈ, ਐਂਡ ਆਇਨਿੰਗ ਆ ਜਾਂਦੀ ਹੈ, ਜਾਂ ਪ੍ਰੈਸਿੰਗ ਜਿਸ ਨੂੰ ਕਹਿੰਦੇ ਆ, ਆਇਨਿੰਗ ਔਰ ਪ੍ਰੈਸਿੰਗ ਆ ਜਾਂਦੀ ਹੈ। ਸੋ ਜਿਹੜਾ ਸਾਡਾ ਫਿਨਿਸ਼ਿੰਗ ਪ੍ਰੋਸੈਸ ਹੈ ਉਸ ਦੇ ਵਿੱਚ ਅਸੀਂ ਐਕਸਟਰਾ ਥ੍ਰੈਡਸ ਕੱਟਦੇ ਹਾਂ, ਸਿਲਾਈਆਂ ਚੀਰਦੇ ਆ ਉਹਦੀ ਆਇਨਿੰਗ ਕਰਕੇ ਜਾਂ ਉਹਦੀ ਪ੍ਰੈਸਿੰਗ ਕਰਕੇ। the appearance of garment is increased with pressing। ਹੁਣ ਪ੍ਰੈਸਿੰਗ ਕਰਨ ਨਾਲ ਹੁੰਦਾ ਕੀ ਹੈ, ਜਿਹੜੀ ਸਾਡੇ ਵਸਤਰ ਜਿਹੜਾ ਅਸੀਂ ਰੈਡੀ ਕੀਤਾ ਹੈ ਉਸ ਦੀ ਜਿਹੜੀ appearance ਹੈ, ਉਹ ਲੁੱਕ ਹੈ ਜਿਹੜੀ ਉਹਦੀ ਦੇਖਿਆ ਉਹ ਬਹੁਤ ਵਧੀਆ ਹੋ ਜਾਂਦੀ ਹੈ। pressing is necessary to remove any crease or wrinkles in the garment। pressing ਕੀ ਆ, ਬਹੁਤ ਜ਼ਰੂਰੀ ਹੈ wrinkles remove ਕਰਨ ਲਈ, ਔਰ ਐਕਸਟਰਾ ਜਿਹੜੀਆਂ ਜਿੰਨੀਆਂ ਵੀ creases ਬਣੀਆਂ ਹੁੰਦੀਆਂ ਉਹ remove ਕਰਨ ਲਈ pressing ਜੋ ਹੈ ਬਹੁਤ ਜ਼ਰੂਰੀ ਹੈ। pressing therefore is an important step in the garment। ਇਸ ਕਰਕੇ pressing ਜੋ ਹੈ ਉਹ ਬਹੁਤ ਹੀ important ਹੈ ਸਾਡੇ ਗਾਰਮੈਂਟ ਦੀ ਕੰਸਟਰਕਸ਼ਨ ਦੇ ਵਿੱਚ। ਕਿਸੇ ਵੀ ਵਸਤਰ ਦੀ ਸਿਲਾਈ ਕਰਨ ਦੇ ਵਿੱਚ ਜਾਂ ਕਿਸੇ ਵੀ ਗਾਰਮੈਂਟ ਦੀ ਕੰਸਟਰਕਸ਼ਨ ਦੇ ਵਿੱਚ pressing ਜੋ ਹੈ ਬਹੁਤ ਹੀ ਇੰਪੋਰਟੈਂਟ ਹੈ। ਆਫਟਰ ਆਲ these steps, ਇਹ ਸਾਰੇ ਸਟੈਪਸ ਕਰਨ ਤੋਂ ਬਾਅਦ ਜੋ ਕਿ ਹੈ ਸਿੰਪਲ ਪਜਾਮਾ, ਜਿਹੜਾ ਆਪਾਂ ਸਿੰਪਲ ਪਜਾਮਾ ਬਣਾ ਰਹੇ ਹਾਂ, this garment will be ready to wear। ਇਹ ਜਿਹੜਾ ਸਿੰਪਲ ਪਜਾਮਾ ਹੈ ਉਹ ਸਾਡੇ ਪਹਿਨਣ ਦੇ ਲਈ ਤਿਆਰ ਹੋ ਜਾਏਗਾ। ਸੋ ਅੱਜ ਦੇ ਇਸ ਟੌਪਿਕ ਦੇ ਵਿੱਚ ਅਸੀਂ ਜੋ ਵੀ ਪੜਿਆ ਹੋਪਫੁਲੀ ਸਮਝ ਆਇਆ ਹੋਏਗਾ। ਇਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇੰਟਰੋਡਕਸ਼ਨ ਕੀਤੀ ਸੀ, ਟਾਈਪ ਆਫ ਪਜਾਮਾਸ ਕੀਤੀਆਂ ਸੀ। ਟਾਈਪਸ ਆਫ ਪਜਾਮਾ ਕਰਨ ਤੋਂ ਬਾਅਦ ਅਸੀਂ ਉਹਦੇ ਡਰਾਫਟਿੰਗ ਮੈਥਡਸ ਕੀਤੇ ਸੀ। ਡਰਾਫਟਿੰਗ ਮੈਥਡ ਕਰਨ ਤੋਂ ਬਾਅਦ ਡਰਾਫਟਿੰਗ ਕੀਤੀ, ਦੈਨ ਉਹਦਾ ਪੈਟਰਨ ਕੱਟਿਆ, ਉਸ ਤੋਂ ਬਾਅਦ ਲੇਆਊਟ ਕਰਨ ਤੋਂ ਬਾਅਦ ਅਸੀਂ ਕੱਪੜੇ ਤੇ ਫੈਬਰਿਕ ਤੇ ਕਟਿੰਗ ਕੀਤੀ। ਕਟਿੰਗ ਕਰਨ ਤੋਂ ਬਾਅਦ ਅਸੀਂ ਉਸਨੂੰ ਸਟਿਚ ਕੀਤਾ ਸਟੈਪਸ ਵਾਈਜ਼ ਸਟਿਚ ਕਰਨ ਤੋਂ ਬਾਅਦ ਅਸੀਂ ਉਹਦੀ ਪ੍ਰੈਸਿੰਗ ਕੀਤੀ। ਪ੍ਰੈਸਿੰਗ ਦੇ ਨਾਲ ਸਾਡੇ ਗਾਰਮੈਂਟ ਦੇ ਵਿੱਚ ਫਿਨਿਸ਼ਿੰਗ ਆ ਗਈ ਤੇ ਸਾਡਾ ਗਾਰਮੈਂਟ ਰੈਡੀ ਟੂ ਵੇਅਰ ਹੋ ਗਿਆ। ਹੋਪਫੁਲੀ ਅੱਜ ਦਾ ਇਹ ਟੌਪਿਕ ਤੁਹਾਨੂੰ ਸਭ ਨੂੰ ਸਮਝ ਆਇਆ ਹੋਏਗਾ। ਈਜ਼ੀ ਗਾਰਮੈਂਟ ਹੈ ਇਹ ਵਾਲਾ ਰੈਡੀ ਕਰਨਾ। ਔਰ ਇਸ ਤੋਂ ਨੈਕਸਟ ਅਸੀਂ ਹੁਣ ਕੁਐਰੀ ਸੈਕਸ਼ਨ ਲਵਾਂਗੇ। ਕੁਐਰੀ ਸੈਕਸ਼ਨ ਦੇ ਵਿੱਚ ਅਗਰ ਕਿਸੇ ਦੀ ਵੀ ਕੋਈ ਕੁਐਰੀ ਹੈ ਜਾਂ ਕੋਈ ਪੁੱਛ-ਗਿੱਛ ਕਰਨਾ ਚਾਹੁੰਦਾ ਜਾਂ ਕਿਸੇ ਦਾ ਕੋਈ ਸਵਾਲ ਹੈ ਤਾਂ ਉਹ ਮੈਨੂੰ ਪੁੱਛ ਸਕਦੇ ਆ। So query section is here। Any student question ਪੁੱਛਣਾ ਚਾਹੁੰਦੇ, ਕੋਈ ਸਟੂਡੈਂਟ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਸਵਾਲ ਜਵਾਬ ਕਰਨਾ ਚਾਹੁੰਦੇ ਆ ਤੇ ਉਹ ਮੈਨੂੰ ਪੁੱਛ ਸਕਦੇ ਆ। Anybody have any question? ਮਨਿੰਦਰ ਕੌਰ ਜੀ ਹੈਂਡ ਰੇਜ਼ ਕਰ ਰਹੇ ਆ, ਕੌਣ ਹੈ? Kindly unmute। Hello। ਹਾਂਜੀ, ਗੁੱਡ ਇਵਨਿੰਗ ਮੈਮ। ਗੁੱਡ ਇਵਨਿੰਗ ਜੀ, ਵੈਰੀ ਗੁੱਡ ਇਵਨਿੰਗ ਜੀ। ਹਾਂਜੀ, ਮੈਂ ਮਨਿੰਦਰ ਬੋਲ ਰਹੀ ਹਾਂ IIT ਅਨੰਦਪੁਰ ਸਾਹਿਬ ਤੋਂ। ਜੀ ਮੈਮ ਬੋਲੀਏ ਜੀ। ਤੁਹਾਡਾ ਅੱਜ ਦਾ ਲੈਕਚਰ ਬਹੁਤ ਅੱਛਾ ਸੀ। ਤੁਸੀਂ ਡਰਾਫਟਿੰਗ ਤੋਂ ਲੈ ਕੇ ਰੈਡੀ ਟੂ ਵੀਅਰ ਤੱਕ ਪਜਾਮੇ ਦੀ ਹਰ ਇੱਕ ਚੀਜ਼ ਬਹੁਤ ਅੱਛੇ ਮੈਥਡ ਨਾਲ ਸਮਝਾਈ ਹੈ। ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਸਟੂਡੈਂਟਸ ਨੇ ਇਹਦੇ ਤੋਂ ਬਹੁਤ ਫਾਇਦਾ ਲਿਆ ਹੋਏਗਾ ਔਰ ਉਹਨਾਂ ਨੂੰ ਇਹ ਚੀਜ਼ ਐਗਜ਼ਾਮਸ ਲਈ ਬਹੁਤ ਹੈਲਪਫੁਲ ਰਹੇਗੀ। ਥੈਂਕ ਯੂ ਸੋ ਮਚ ਮੈਮ। ਥੈਂਕ ਯੂ ਸੋ ਮਚ ਮੈਮ। ਸਾਰੇ ਇੰਸਟ੍ਰਕਟਰਸ ਬਹੁਤ ਹੀ ਆਪਣੇ ਮਤਲਬ ਇੰਨੀ ਕਿ ਜ਼ਿਆਦਾ ਮਿਹਨਤ ਕਰ ਰਹੇ ਆ ਬੱਚਿਆਂ ਨੂੰ ਸਮਝਾਉਣ ਦੇ ਲਈ। ਸੋ ਸਾਡੀ ਇਹ ਨਿੱਕੀ ਜਿਹੀ ਕੋਸ਼ਿਸ਼ ਹੈ ਕਿ ਸਾਰੇ ਸਟੂਡੈਂਟਸ ਇਸ ਨੂੰ ਸਮਝ ਸਕਣ ਤਾਂ ਕਿ ਐਗਜ਼ਾਮਸ ਦੇ ਵਿੱਚ ਅੱਛੀ ਤਰ੍ਹਾਂ ਅਪੀਅਰ ਹੋ ਸਕਣ। ਹਾਂਜੀ, ਬਹੁਤ ਅੱਛਾ ਸਮਝਾਇਆ ਤੁਸੀਂ। ਥੈਂਕ ਯੂ ਸੋ ਮਚ ਮੈਮ। ਥੈਂਕ ਯੂ ਜੀ। ਓਕੇ ਜੀ। ਨੈਕਸਟ ਪਲੀਜ਼। ਅਗਰ ਕਿਸੇ ਦੀ ਕੋਈ
ਇਨਕੁਆਇਰੀ ਹੈ ਜਾਂ ਕੋਈ ਕੁਐਰੀ ਕਰਨਾ ਚਾਹੁੰਦਾ ਹੈ ਤਾਂ ਮੈਨੂੰ ਦੱਸ ਸਕਦੇ ਹੈ। हेलो हेलो मैम। हाँ जी बोलो जी। हेलो ਮੈਨੂੰ ਲੱਗਦਾ ਨੈਟਵਰਕ ਪ੍ਰੋਬਲਮ ਕਰਕੇ ਬੱਚੇ ਨੂੰ ਮੇਰੀ ਆਵਾਜ਼ ਨਹੀਂ ਪਹੁੰਚ ਰਹੀ। हेलो मैम, गुड इवनिंग। गुड इवनिंग जी। सत श्री अकाल बेटा ਮੈਨੂੰ ਆਵਾਜ਼ ਨਹੀਂ ਪ੍ਰੋਪਰ ਆ हेलो ਰਹੀ। कौन बोल रहे हो? मैम, हेलो गोविट आईटी। हेलो हेलो मैम, गुड इवनिंग। गुड इवनिंग जी। हाँ जी मैम, ਤੁਹਾਡਾ ਲੈਕਚਰ ਬਹੁਤ ਵਧੀਆ ਜੀ, थैंक यू जी। थैंक यू जी। कौन बोल रहे हो जी? तो मैम रमनीत कौर बोल रही हैं, आईटीआई कपूरथले डिस्ट्रिक्ट हीरावाली का स्टूडेंट। ठीक है, थैंक यू बेटा, थैंक यू जी। हेलो मैम। हाँ जी मैम हेलो सत श्री अकाल। सत श्री अकाल हेलो जी। मैम सत श्री अकाल। सत श्री मैम अकाल जी। मैं बोलो गोविट आईटीआई फतेहगढ़ चूड़िया विमल कॉलेज तो स्वाइन टेक्नोलॉजी क्लास दी स्टूडेंट हाँ। हाँ जी बोलो जी बेटा। हेलो मैम। हाँ जी बोलो बेटा, बोलो मैम जी। अज दा लेक्चर तुहाडा बहुत ही वधिया सी। थैंक यू बेटा। मैम तुहाडा अज दा लेक्चर बहुत ही वधिया सी। थैंक यू सो मैम मच तुसी जी। लेआउट बारे मैम एक बारी लेआउट बारे दस दिओ पजामे दी। पजामा दा लेआउट ठीक है, मैं हेलो मैम। पजामा दा लेआउट दोबारा शो कर देनी है। हाँ जी बोलो जी। हेलो 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 ਤੁਸੀਂ ਬੇਟਾ ਇਸ ਦਾ ਸਕਰੀਨਸ਼ਾਟ ਲੈ ਸਕਦੇ ਹੋ, ਜਿੱਦਾਂ ਕਿ ਪਿਕਚਰ ਦਿਖਾਈ ਦੇ ਰਹੀ ਹੈ, ਇਹਦਾ ਸਕਰੀਨਸ਼ਾਟ ਲੈ ਸਕਦੇ ਹੋ। ਪਜਾਮਾ ਦੇ ਲੇਆਊਟ ਦੇ ਵਿੱਚ ਅਸੀਂ ਕੀ ਕੀਤਾ ਸੀ, ਸਭ ਤੋਂ ਪਹਿਲਾਂ ਇਹਦੇ ਕੱਪੜੇ ਦਾ ਅੰਦਾਜ਼ਾ ਲਗਾਇਆ ਸੀ। ਜਦੋਂ ਪਜਾਮੇ ਦਾ ਲੇਆਊਟ ਕਰਨਾ ਹੈ, ਸਭ ਤੋਂ ਪਹਿਲਾਂ ਅਸੀਂ ਕੱਪੜੇ ਦਾ ਅੰਦਾਜ਼ਾ ਲਗਾਉਂਦੇ ਹਾਂ ਕਿ ਸਾਨੂੰ ਲੇਆਊਟ ਕਰਨ ਲਈ ਕੱਪੜਾ ਕਿੰਨਾ ਚਾਹੀਦਾ ਹੈ। ਠੀਕ ਹੈ, ਉਸ ਦੇ ਲਈ ਸਾਨੂੰ 2 ਲੰਬਾਈਆਂ ਜਮਾ 2 ਇੰਚ ਫੋਲਡ ਦੇ ਲਈ ਨੇਫੇ ਦਾ ਫੋਲਡ ਜਮਾ 1 ਇੰਚ ਬਾਟਮ ਦਾ ਫੋਲਡ ਰੱਖ ਕੇ ਕੱਪੜੇ ਦਾ ਅੰਦਾਜ਼ਾ ਲਗਾਇਆ, ਜਿਸ ਦੇ ਮੁਤਾਬਿਕ ਸਾਨੂੰ 83 ਇੰਚ ਕੱਪੜੇ ਦੀ ਜ਼ਰੂਰਤ ਹੋਏਗੀ ਔਰ 2 ਮੀਟਰ 10 ਪੁਆਇੰਟ ਕੱਪੜੇ ਦੀ ਜ਼ਰੂਰਤ ਹੋਏਗੀ ਸਿੰਪਲ ਪਜਾਮਾ ਬਣਾਉਣ ਦੇ ਲਈ। ਇਸ ਤੋਂ ਬਾਅਦ ਜਿਹੜਾ ਸੀ ਕਟਿੰਗ ਦੇ ਵਿੱਚ ਤੁਹਾਨੂੰ ਲੇਆਊਟ ਦਾ ਪ੍ਰੋਸੈਸ ਬੜੇ ਤਰੀਕੇ ਦੇ ਨਾਲ ਦੱਸਿਆ। ਦੇਖੋ ਪਿਕਚਰਸ ਤੁਹਾਨੂੰ ਦਿਖਾਈ ਦੇ ਰਹੀਆਂ ਹੋਣੀਆਂ। ਪਿਕਚਰਸ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਪੈਟਰਨ ਨੂੰ ਕੱਪੜੇ ਦੇ ਉੱਤੇ ਫਿਕਸ ਕੀਤਾ ਔਰ ਅਸੀਂ ਉਹਦਾ ਲੇਆਊਟ ਬਣਾਇਆ। ਠੀਕ ਹੈ, ਇਸ ਤਰ੍ਹਾਂ ਤੁਸੀਂ ਈਜ਼ੀਲੀ ਲੇਆਊਟ ਕਰਕੇ ਪਜਾਮੇ ਦੀ ਕਟਿੰਗ ਕਰ ਸਕਦੇ ਹੋ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਂ ਨਰਿੰਦਰਜੀਤ ਕੌਰ, ਗਵਰਨਮੈਂਟ ਆਈਟੀਆਈ ਵੂਮਨ ਫਤਿਹਗੜ੍ਹ ਚੂੜੀਆਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਹੁਤ ਵਧੀਆ ਮੈਡਮ ਤੁਹਾਡਾ ਲੈਕਚਰ ਅੱਜ ਦਾ। ਥੈਂਕ ਯੂ ਸੋ ਮਚ ਮੈਮ, ਤੁਹਾਡੀਆਂ ਬਲੇਸਿੰਗਸ ਆ ਜੀ ਸਾਰੀਆਂ। ਜੀ ਮੈਨੂੰ ਉਮੀਦ ਹੈ ਕਿ ਸਾਰੇ ਹੀ ਬੱਚਿਆਂ ਨੂੰ ਸਭਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਮਝ ਆਈ ਹੋਣੀ ਆ। ਜੀ ਥੈਂਕ ਯੂ ਮੈਮ। ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਬੱਚਿਆਂ ਨੂੰ। ਥੈਂਕ ਯੂ ਸੋ ਮਚ ਮੈਮ, ਅੱਗੇ ਵੀ ਕਰਦੇ ਰਵਾਂਗੇ ਏਦਾਂ ਹੀ, ਤੁਹਾਡੀਆਂ ਵਿਸ਼ੇਸ ਰਹੀਆਂ ਤਾਂ। ਓਕੇ ਓਕੇ, ਥੈਂਕ ਯੂ ਮੈਮ। ਥੈਂਕ ਯੂ ਜੀ, ਥੈਂਕ ਯੂ ਜੀ। एनीबडी एल्स कोई क्वेरी है बच्चे, कोई पूछ सकते हो, कोई भी कुछ कहना चाहता तो कह सकते हो। हेलो के सैनी कोई हैंड रेज कर रहे हैं, 2 जने। शनूर हैंड रेज कर रहे हो, कुछ कहना चाहते हो बेटा? अपने आप हेलो हाँ जी हेलो मैम सत श्री अकाल। सत श्री अकाल जी। मैम मेरा नाम शहनूरदीप कौर है, मैं गवर्नमेंट आईटीआई फतेहगढ़ चूड़ियां तो बोलती पई हाँ। ठीक है बोलो बेटा। मैम मैंने ਤੁਹਾਡਾ हेलो हेलो मैम, मैंने ਤੁਹਾਡਾ ਲੈਕਚਰ ਬਹੁਤ ਵਧੀਆ ਲੱਗਿਆ। थैंक यू जी, थैंक यू बेटा, थैंक यू सो मच जी।
ਥੈਂਕਸ ਅ ਲੋਟ ਸਾਰਿਆਂ ਦਾ। 2 ਹੈਂਡ ਰੇਜ਼ ਨਜ਼ਰ ਆ ਰਹੇ ਆ ਬਟ ਨੇਮ ਸ਼ੋ ਨਹੀਂ ਹੋ ਰਿਹਾ। ਮੇਬੀ ਨੈਟਵਰਕ ਪ੍ਰੋਬਲਮ ਕਰਕੇ ਨਹੀਂ, ਮੇਰੀ ਖਿਆਲ ਆਵਾਜ਼ ਪਤਾ ਨਹੀਂ ਮੇਰੀ ਜਾ ਰਹੀ ਹੈ ਕਿ ਨਹੀਂ। ਹੈਲੋ हेलो, ਹਾਂਜੀ, गुड इवनिंग मैम। ਗੁੱਡ ਈਵਨਿੰਗ ਜੀ। मैम मैं संदीप कौर वोमेंस आईटीआई फतेहगढ़ चूड़िया तो। ਹਾਂਜੀ ਬੇਟਾ ਬੋਲੋ ਜੀ। मैम ਤੁਹਾਡਾ ਅੱਜ ਦਾ ਲੈਕਚਰ ਬਹੁਤ ਵਧੀਆ ਸੀ ਤੇ ਬਹੁਤ ਹੀ ਡਿਟੇਲ ਵਿੱਚ ਸਮਝਾਇਆ। ਥੈਂਕ ਯੂ ਸੋ ਮਚ। ਸਮਝ ਲੱਗੀ ਬੇਟਾ ਪ੍ਰੋਪਰ ਤੁਹਾਨੂੰ? ਹਾਂਜੀ ਮੈਮ। ਚਲੋ ਸਾਡਾ ਇਹੀ ਮੋਟਿਵ ਆ ਕਿ ਜੋ ਵੀ ਅਸੀਂ ਕਰਵਾਈਏ ਸਮਝਾਈਏ ਉਹ ਤੁਹਾਨੂੰ ਪ੍ਰੋਪਰ ਸਮਝ ਆ ਜੇ ਤਾਂ ਕਿ ਤੁਸੀਂ ਆਪਣੇ ਅੱਗੇ ਜੋ ਵੀ ਐਗਜ਼ਾਮਸ ਆ ਰਹੇ ਉਹਨਾਂ ਦੇ ਵਿੱਚ ਬਹੁਤ ਅੱਛੇ ਤਰੀਕੇ ਦੇ ਨਾਲ ਆਪਣੀ ਤਿਆਰੀ ਕਰ ਸਕੋ। नेक्स्ट कोई क्वेरी है? कोई बच्चा कुछ कहना चाह we रहा have to है? end the meeting, time is श्योर running सर, out. श्योर जी ठीक है सर, ਆਪਾਂ ਐਂਡ ਕਰਦੇ ਹਾਂ। ਥੈਂਕ ਯੂ ਆਲ, ਥੈਂਕਸ ਸਾਰਿਆਂ ਦਾ ਬਹੁਤ ਬਹੁਤ, ਸਪੈਸ਼ਲੀ ਸਾਡੇ ਡਿਪਾਰਟਮੈਂਟ ਦਾ ਜਿਨ੍ਹਾਂ ਨੇ ਸਾਨੂੰ ਨੈਸ਼ਨਲ ਪੋਰਟਲ ਦਿੱਤਾ ਆਪਣੇ ਲੈਕਚਰਸ ਨੂੰ ਡਿਲੀਵਰ ਕਰਨ ਲਈ। ਥੈਂਕ ਯੂ ਆਲ, ਥੈਂਕ ਯੂ ਸੋ ਮਚ ਜੀ।